सत श्री अकाल जी दा खालस टीवी देख रहे सारे दर्शकों का बहुत बहुत स्वागत है। पंजाब भारत ਅਤੇ दुनिया भर के प्राइम टाइम ਦੇ ਵਿੱਚ मैं हरशरण कौर। ਅੱਜ ਦੇ प्राइम टाइम ਦੇ ਵਿੱਚ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਸੰਘਰਸ਼ ਨਾਲ ਜੁੜੀ ਤੁਹਾਨੂੰ ਦੱਸ ਦਈਏ ਕਿ ਅੱਜ ਉਸ ਵਕਤ ਦੋ ਵੱਡੀਆਂ ਖਬਰਾਂ ਆਈਆਂ ਜਦੋਂ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਵੱਲੋਂ ਬਣਾਈ 4 ਮੈਂਬਰੀ ਕਮੇਟੀ ਦੇ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਆਪਣੇ ਆਪ ਨੂੰ ਕਮੇਟੀ ਚੋਂ ਕੱਢ ਲਿਆ ਤੇ ਦੂਸਰੀ ਖਬਰ ਆਈ ਕਿ ਕਿਸਾਨਾਂ ਦੇ ਵਕੀਲ ਨੇ ਜਿਹੜੇ ਦੁਸ਼ਯੰਤ ਦਵੇ ਉਹਨਾਂ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ तो अस्तीफा दे दिता। किसानां दे संघर्ष नूं सही तरीके दे नाल लड़न दे लई सुखबीर बादल कह रहे ने कि कैप्टन अमरिंदर सिंह ने कहा सी कि कमेटी दे विच ਭੁਪਿੰਦਰ ਸਿੰਘ ਮਾਨ ਅਤੇ ਅਸ਼ੋਕ ਗੁਲਾਟੀ ਦਾ ਨਾਂ ਹੈ ਜਿਹੜਾ ਉਹ ਸ਼ਾਮਿਲ ਕੀਤਾ ਜਾਵੇ। ਇਹਦੇ ਵਿੱਚ ਸੱਚਾਈ ਕੀ ਹੈ? ਕੈਪਟਨ ਅਮਰਿੰਦਰ ਸਿੰਘ ਵੀ ਇਸ ਤੇ ਜਲਦੀ ਬਿਆਨ ਕੋਈ ਦੇ ਦੇਣਗੇ। ਕੱਲ ਨੂੰ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ ਗੱਲਬਾਤ ਹੋਏਗੀ। ਇਸ ਤੇ ਮੋਹਰ ਲਾ ਦਿੱਤੀ ਹੈ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੁੱਲੇ ਮਨ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਸੋ ਕੱਲ ਨੂੰ ਵਿਗਿਆਨ ਭਵਨ ਦੇ ਵਿੱਚ ਦੁਪਹਿਰੇ 12 ਵਜੇ ਬੈਠਕ ਹੋਵੇਗੀ ਕਿਉਂਕਿ ਕਿਸਾਨ ਪਹਿਲਾਂ ਹੀ ਇਹ ਆਪਣਾ ਸਪਸ਼ਟ ਕਰ ਚੁੱਕੇ ਨੇ ਸਟੈਂਡ ਕਿ ਅਸੀਂ ਮੀਟਿੰਗ ਦੇ ਵਿੱਚ ਸ਼ਾਮਿਲ ਹੋਵਾਂਗੇ। ਉਹਨਾਂ ਨੇ ਸੱਦਾ ਕਬੂਲ ਲਿਆ ਸੀ। ਕੱਲ परसों ही किसान लीडर ने एक क्लीयर कर दिता सी कि असीं बैठक विच शामिल होवांगे। पर कल दी इस बैठक दे विच गलबात की होएगी, की निबड़ेगा, बेनतीजा रहेगी जां फिर कोई नतीजा निकलेगा? क्योंकि किसानां दी तां इक्को ही मंग है कि खेती कानून रद्द करन दी प्रक्रिया ते विचार करो हुण जे साडे नाल मीटिंग करनी है। पर केंद्र सरकार ये बहाना बना सकदी है कि हुण मसला सुप्रीम कोर्ट दे विच है ਜਾਂ ਫਿਰ 26 ਜਨਵਰੀ ਦੀ ਪਰੇਡ ਨੂੰ ਲੈ ਕੇ ਕੋਈ ਚਰਚਾ ਕਰੇਗੀ। ਕੁਝ ਨਹੀਂ ਕਿਹਾ ਜਾ ਸਕਦਾ। ਕੱਲ ਦੀ ਉਡੀਕ ਰਹੇਗੀ ਕਿ ਕੱਲ ਵਾਲੀ ਬੈਠਕ ਦੇ ਵਿੱਚੋਂ ਨਿਕਲਦਾ ਕੀ ਹੈ। ਸਿੰਘੂ ਬਾਰਡਰ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਹੇਮਾ ਮਾਲਿਨੀ ਦੇ ਪੁਤਲੇ ਫੂਕੇ ਗਏ, ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਨਾਲ ਅੱਜ ਸਿੱਖ ਧਰਮ ਦਾ ਜਿਹੜਾ ਤਿਉਹਾਰ ਮਾਘੀ ਦਾ ਤਿਉਹਾਰ ਹੈ ਉਹ ਮਨਾਇਆ ਗਿਆ ਸ੍ਰੀ ਮੁਕਤਸਰ ਸਾਹਿਬ ਸਮੇਤ ਵੱਖ-ਵੱਖ ਥਾਵਾਂ ਤੇ ਕਿਸਾਨਾਂ ਨੇ ਆਪਣੇ ਮੋਰਚਿਆਂ ਦਾ ਸੰਘਰਸ਼ ਹੈ ਜਿਹੜਾ ਉਹ ਅੱਜ ਮਾਘੀ ਨੂੰ ਹੀ समर्पित किया सी। 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਸੀ ਅਤੇ ਅੱਜ ਦੇ ਦਿਨ ਅਹਿਦ ਲਿਆ ਗਿਆ ਆਪਣੇ ਸੰਘਰਸ਼ ਨੂੰ ਜਿੱਤ ਤੱਕ ਲਿਜਾਣ ਦਾ। 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੇ ਮੌਕੇ ਕਿਸਾਨਾਂ ਨੂੰ ਕੀ ਡਰ ਹੈ, ਕੀ ਖਦਸ਼ਾ ਹੈ? ਅਜਿਹੀ ਕਿਹੜੀ ਗੱਲ ਹੋ ਗਈ ਹੈ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਕਿਸਾਨਾਂ ਦੇ ਨਾਮ ਖੁੱਲੀ ਚਿੱਠੀ ਲਿਖਣੀ ਪੈ ਗਈ ਹੈ? ਇਸ ਬਾਰੇ ਵੀ ਇਸ ਬੁਲੇਟਿਨ ਦੇ ਵਿੱਚ ਜਾਣਕਾਰੀ ਦੇਵਾਂਗੇ। ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਨਸੀਹਤ ਦਿੱਤੀ ਹੈ ਕਿ ਹਾਲ ਦੀ ਘੜੀ ਤੁਹਾਨੂੰ ਕਿਸਾਨ ਪੰਚਾਇਤ ਕਰਨ ਦੀ ਕੋਈ ਲੋੜ ਨਹੀਂ ਹੈ। शिव सेना ने कहा है कि सरकार सुप्रीम कोर्ट ਨੂੰ ਵਰਤ के अंदोलन खत्म ਕਰਨ ਦੀ ਕੋਸ਼ਿਸ਼ ਕਰ ਰਹੀ ਹੈ। संसद ਦਾ बजट सैशन 29 जनवरी ਤੋਂ ਸੱਦਿਆ ਜਾਏਗਾ। ਇਸ ਦਾ ਐਲਾਨ ਕਰ ਦਿੱਤਾ ਗਿਆ। 1 फरवरी ਨੂੰ ਆਮ ਬਜਟ ਪੇਸ਼ ਕੀਤਾ ਜਾਏਗਾ। ट्रंप के खिलाफ महादोष का मुकदमा कर दिता गया। WHO के विज्ञानियों की टीम कोरोना की खोज करने लई चीन पहुंच गई है। हवाई सफर राही अमरीका जाने वाले यात्रियों का कोरोना टेस्ट रिपोर्ट नैगेटिव होनी जरूरी है। पंजाब, हरियाणा ते दिल्ली कड़ाके की ठंड विच जम गए ने। जम्मू कश्मीर तो पहला तो ही जमया होया। पंजाब भारत ਅਤੇ दुनिया भर के प्राइम टाइम ਦੇ ਵਿੱਚ सब तो पहला पंजाब ਦੀਆਂ खबरां विस्तार ਦੇ ਨਾਲ। सब तो पहला तुहानूं दस दईए कि अज माघी दा मेला जिहड़ा ਉਹ ਸੀਗਾ सिख कौम ਦੇ ਵਿੱਚ माघी दा जिहड़ा ਤਿਉਹਾਰ ਹੈ ਉਹ बड़े ही शरधा ते उत्साह ਦੇ ਨਾਲ ਮਨਾਇਆ ਜਾਂਦਾ ਹੈ ਤੇ ਦਿੱਲੀ ਦੇ ਸਿੰਘੂ ਕੁੰਡਲੀ ਬਾਰਡਰ ਉੱਤੇ ਲੱਗੇ ਪੱਕੇ ਮੋਰਚਿਆਂ ਦੇ ਦਿਨ ਅੱਜ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨੇ ਮਾਘੀ ਮੇਲੇ ਨੂੰ ਸਮਰਪਿਤ ਸੰਕਲਪ ਦਿਵਸ ਮਨਾਇਆ। ਕਿਸਾਨ ਲੀਡਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ 40 ਮੁਕਤਿਆਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਕੇਂਦਰ ਸਰਕਾਰ ਦੇ ਜ਼ਬਰ ਜ਼ੁਲਮ ਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ। ਸਹੁੰ ਚੁੱਕੀ ਤੇ 26 ਜਨਵਰੀ ਨੂੰ ਦਿੱਲੀ ਵੱਲ ਕੂਚ ਕਰਨ ਤੇ ਰਾਜਪਥ ਉੱਤੇ ਟਰੈਕਟਰ ਪਰੇਡ ਮਾਰਚ ਕੱਢਣ ਦਾ ਪ੍ਰਣ ਵੀ ਦੁਹਰਾਇਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ने माघी दिहाड़े ਨੂੰ ਸਮਰਪਿਤ स्टेज उत्तों अज पूरा दिन कथा कीर्तन करवाए जाने की जानकारी दी। उन्होंने कहा कि संगत ने चढ़ती कला दे विच रहिंदियां अरदास की है ते इस संघर्ष नूं जित तक लिजाण दा अहद लिया है। किसान लीडरां ने दस्सिया कि विशाल इकट्ठ दे विच अमृतसर तो आए हज़ारां किसानां मजदूरां ने प्रधानमंत्री नरेंद्र मोदी, खेती मंत्री नरेंद्र तोमर अते पार्लीमेंट मैंबर हेमा मालिनी के पुतले फूके ते हेमा मालिनी ने जो किसानों के खिलाफ कल घटिया बयानबाजी की सी उसकी सख्त निखेधी की है। जिस तरह का भाजपा की सांसद हेमा मालिनी जी का बयान आया
ਇਹ ਮੈਂ ਵੀ ਪਹਿਲੇ ਵੀ ਇਹ ਪਗ ਲਗਾਤਾਰ ਭਾਜਪਾ ਦੀ ਇੱਕ ਨੀਤੀ ਆ। ਉਹਨਾਂ ਨੇ ਬਿਆਨ ਨਹੀਂ ਤਾਂ ਉਹਨਾਂ ਕੋਲ ਬਿਆਨ ਦਵਾਇਆ ਗਿਆ ਵੀ ਕਿਸਾਨਾਂ ਨੂੰ ਪਤਾ ਨਹੀਂ ਵੀ ਉਹਨਾਂ ਦੀ ਮੰਗ ਕੀ ਆ। ਸੋ ਜਿਹੜਾ ਹੇਮਾ ਮਾਲਿਨੀ ਜੀ ਨੇ ਬਿਆਨ ਦਿੱਤਾ ਉਹਨਾਂ ਨੂੰ ਨਹੀਂ ਪਤਾ ਬਿਆਨ ਮੈਂ ਕੀ ਲਿਖਤਾ, ਉਹਨਾਂ ਨੂੰ ਬਿਆਨ ਲਿਖਿਆ ਗਿਆ, ਸਾਈਨ ਹੀ ਕੀਤੇ ਉਹਨਾਂ ਨੇ। ਸੋ ਇਸ ਕਰਕੇ ਇਹ ਭਾਜਪਾ ਲਗਾਤਾਰ ਪੰਜਾਬੀਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਉਸਕਾਉਣ ਵਾਲੇ ਬਿਆਨਬਾਜ਼ੀ, ਭੜਕਾਉਣ ਵਾਲੀ ਬਿਆਨਬਾਜ਼ੀ ਲਗਾਤਾਰ ਕਰਦੇ ਨੇ। ਅਗਲੀ ਵੱਡੀ ਖਬਰ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਖੇਤੀ ਕਾਨੂੰਨਾਂ ਬਾਰੇ ਬਣਾਈ 4 ਮੈਂਬਰੀ ਕਮੇਟੀ ਦੇ ਵਿੱਚੋਂ ਭੁਪਿੰਦਰ ਸਿੰਘ ਮਾਨ ਬਾਹਰ ਹੋ ਗਏ ਨੇ। ਉਹਨਾਂ ਕਿਹਾ ਕਿ ਉਹ ਕਿਸਾਨ ਹਿੱਤਾਂ ਵਿੱਚ ਕਮੇਟੀ ਤੋਂ ਵੱਖ ਹੋ ਰਹੇ ਨੇ। ਮਾਨ ਹੁਣ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਕੌਮੀ ਪ੍ਰਧਾਨ ਨੇ ਤੇ ਕਿਸਾਨ ਤਾਲਮੇਲ ਕਮੇਟੀ KCC ਦੇ ਚੇਅਰਮੈਨ ਵੀ ਨੇ। 1966 ਦੇ ਵਿੱਚ ਫਾਰਮਰ ਫਰੈਂਡ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਨੇ। ਪ੍ਰੈਸ ਦੇ ਨਾਂ ਲਿਖੇ ਬਿਆਨ ਦੇ ਵਿੱਚ ਮਾਨ ਨੇ ਕਿਹਾ ਕਿ ਇੱਕ ਕਿਸਾਨ ਹੁੰਦੇ ਹੋਏ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਮੈਂ ਕੋਈ ਵੀ ਅਹੁਦਾ ਛੱਡ ਸਕਦਾ ਤਾਂ ਕਿ ਦੇਸ਼ ਦੇ ਕਿਸਾਨਾਂ ਤੇ ਪੰਜਾਬ ਦੇ ਹਿੱਤਾਂ ਨਾਲ ਮੈਨੂੰ ਕੋਈ ਸਮਝੌਤਾ ਨਾ ਕਰਨਾ ਪਵੇ। ਇਸ ਲਈ ਮੈਂ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕਰਦਾ ਹਾਂ। ਭੁਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਨਾਲ ਜੁੜੇ ਹੋਏ ਨੇ। ਖੇਤੀ ਮਾਹਿਰ ਹੋਣ ਦੇ ਨਾਲ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਮਾਨ ਦਾ ਜਨਮ ਹੈ ਜਿਹੜਾ ਉਹ 1939 ਦੇ ਵਿੱਚ ਗੁਜਰਾਂਵਾਲਾ ਜਿਹੜਾ ਅੱਜਕੱਲ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਸੀ। ਕਿਸਾਨਾਂ ਦੇ ਸੰਘਰਸ਼ ਵਿੱਚ ਮਾਨ ਦੀ ਹਿੱਸੇਦਾਰੀ ਲਈ 1990 ਵਿੱਚ ਉਹਨਾਂ ਨੂੰ ਰਾਸ਼ਟਰਪਤੀ ਨੇ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਵੀ ਕੀਤਾ ਸੀ। 1966 ਦੇ ਵਿੱਚ ਫਾਰਮਰ ਫਰੈਂਡਸ ਐਸੋਸੀਏਸ਼ਨ ਦਾ ਗਠਨ ਹੋਇਆ ਸੀ ਜਿਸ ਦੇ ਸੰਸਥਾਪਕ ਮੈਂਬਰ ਬਣੇ ਸੀ ਮਾਨ। ਇਸ ਤੋਂ ਬਾਅਦ ਇਹ ਜਥੇਬੰਦੀ ਸੂਬਾ ਪੱਧਰ ਤੇ ਪੰਜਾਬ ਖੇਤੀਬਾੜੀ ਯੂਨੀਅਨ ਦੇ ਨਾਮ ਨਾਲ ਜਾਣੀ ਜਾਣ ਲੱਗੀ ਸੀ। ਕੌਮੀ ਪੱਧਰ ਤੇ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਬਣ ਗਈ ਤੇ ਇਸ ਜਥੇਬੰਦੀ ਨੇ ਬਾਕੀ ਖੇਤੀ ਜਥੇਬੰਦੀਆਂ ਨਾਲ ਮਿਲ ਕੇ ਕਿਸਾਨ ਕੋਆਰਡੀਨੇਸ਼ਨ ਕਮੇਟੀ ਬਣਾਈ ਸੀ। ਭੁਪਿੰਦਰ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਫੂਡ ਕਾਰਪੋਰੇਸ਼ਨ ਇੰਡੀਆ ਦੇ ਵਿੱਚ ਭ੍ਰਿਸ਼ਟਾਚਾਰ ਤੋਂ ਲੈ ਕੇ ਚੀਨੀ ਮਿੱਲਾਂ ਦੇ ਵਿੱਚ ਗੰਨਾ ਸਪਲਾਈ ਤੇ ਬਿਜਲੀ ਦੇ ਟੈਰਿਫ ਵਧਣ ਵਰਗੇ ਮੁੱਦੇ ਨੂੰ ਚੱਕਿਆ ਸੀ। 14 ਦਸੰਬਰ ਨੂੰ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਦੇ ਤਹਿਤ ਆਉਣ ਵਾਲੀਆਂ ਖੇਤੀ ਜਥੇਬੰਦੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕੀਤੀ ਸੀ ਤੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਉਹੀ ਨੇ ਭੁਪਿੰਦਰ ਸਿੰਘ ਮਾਨ ਜਿਨ੍ਹਾਂ ਨੇ ਹੁਣ ਕਮੇਟੀ ਤੋਂ ਤਾਂ ਆਪਣੇ ਆਪ ਨੂੰ ਵੱਖ ਕਰ ਲਿਆ, ਪਰ ਜਿਹੜੀ ਪਿਛਲੇ ਦਿਨੀ ਨਰਿੰਦਰ ਤੋਮਰ ਨੂੰ ਚਿੱਠੀ ਲਿਖੀ ਸੀ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਵਿਰੋਧ ਦੇ ਵਿੱਚ, ਉਸ ਚਿੱਠੀ ਨੂੰ ਵਾਪਸ ਲੈਣਗੇ ਜਾਂ ਨਹੀਂ ਇਸ ਬਾਰੇ ਹਾਲੇ ਉਹਨਾਂ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ। ਉਹਨਾਂ ਨੇ ਪਿਛਲੇ ਦਿਨੀ ਦ ਹਿੰਦੂ ਅਖਬਾਰ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਸੀ ਕਿ ਖੇਤੀ ਖੇਤਰ ਵਿੱਚ ਮੁਕਾਬਲੇ ਲਈ ਸੁਧਾਰ ਜ਼ਰੂਰੀ ਨੇ ਪਰ ਕਿਸਾਨਾਂ ਦੀ ਸੁਰੱਖਿਆ ਦੇ ਉਪਾਅ ਕੀਤੇ ਜਾਣੇ ਚਾਹੀਦੇ ਨੇ, ਕਮੀਆਂ ਨੂੰ ਵੀ ਸੋਧਿਆ ਜਾਣਾ ਚਾਹੀਦਾ ਹੈ। ਭੁਪਿੰਦਰ ਸਿੰਘ ਮਾਨ ਦੇ ਵੱਲੋਂ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕੀਤੇ ਜਾਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਕਮੇਟੀ ਦੇ ਵਿੱਚ ਸਿਰਫ 3 ਮੈਂਬਰ ਰਹਿ ਗਏ ਨੇ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਲੜ ਰਹੀਆਂ ਨੇ ਉਹਨਾਂ ਦੇ ਲੀਡਰਾਂ ਦਾ ਵੀ ਕਹਿਣਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੁਪਰੀਮ ਕੋਰਟ ਨੇ ਕੋਈ ਕਮੇਟੀ ਬਣਾਈ ਹੈ ਜਾਂ ਨਹੀਂ ਬਣਾਈ, ਕਿਉਂਕਿ ਅਸੀਂ ਇੱਕੋ ਹੀ ਮੰਗ ਚਾਹੁੰਦੇ ਹਾਂ ਖੇਤੀ ਕਾਨੂੰਨ ਰੱਦ ਕੀਤੇ ਜਾਣ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭੁਪਿੰਦਰ ਸਿੰਘ ਮਾਨ ਨੇ ਇਹ ਕਮੇਟੀ ਛੱਡ ਦਿੱਤੀ ਹੈ ਜਾਂ ਕਮੇਟੀ ਦੇ ਵਿੱਚ ਨੇ, ਸਾਨੂੰ ਇਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਸ ਕਮੇਟੀ ਨੇ ਸਾਨੂੰ ਕੁਝ ਨਹੀਂ ਦੇਣਾ। ਇਸ ਕਮੇਟੀ ਦੇ 4 ਮੈਂਬਰ ਕਿਸਾਨ ਪੱਖੀ ਨਹੀਂ ਸਗੋਂ ਸਰਕਾਰ ਪੱਖੀ ਨੇ। ਤੇ ਭੁਪਿੰਦਰ ਸਿੰਘ ਮਾਨ ਨੇ ਜਦੋਂ ਸੁਪਰੀਮ ਕੋਰਟ ਨੂੰ ਝਟਕਾ ਦਿੱਤਾ ਤਾਂ ਭੁਪਿੰਦਰ ਸਿੰਘ ਮਾਨ ਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਵੀ ਝਟਕਾ ਦੇ ਦਿੱਤਾ। ਪੰਜਾਬ ਦੀ ਇਸ ਜਥੇਬੰਦੀ ਨੇ ਭੁਪਿੰਦਰ ਸਿੰਘ ਮਾਨ ਨਾਲੋਂ ਨਾਤਾ ਤੋੜ ਲਿਆ। ਬੇਸ਼ੱਕ ਮਾਨ ਨੇ ਸੁਪਰੀਮ ਕੋਰਟ ਵੱਲੋਂ ਬਣਾਈ 4 ਮੈਂਬਰੀ ਕਮੇਟੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਪਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਹਾ ਹੈ ਕਿ ਅੱਜ ਤੋਂ ਮਾਨ ਅਤੇ ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਦੇ ਨਾਲ ਸਾਡਾ ਕੋਈ ਨਾਤਾ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕਿਹਾ ਕਿ ਅਸੀਂ ਭੁਪਿੰਦਰ ਸਿੰਘ ਮਾਨ ਦੇ ਨਾਲ ਜਥੇਬੰਦਕ ਤੌਰ ਤੇ ਸਾਰੇ ਸੰਬੰਧ ਖਤਮ ਕਰਦੇ ਹਾਂ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ 40 ਜਥੇਬੰਦੀਆਂ ਦੇ ਨਾਲ ਖੜੀ ਹੈ। ਮਾਨ ਬਗੈਰ ਸਲਾਹ ਕੀਤੇ ਸੁਪਰੀਮ ਕੋਰਟ ਦੀ ਕਮੇਟੀ ਦੇ ਵਿੱਚ ਸ਼ਾਮਿਲ ਹੋਏ, ਇਸ ਲਈ ਹੁਣ ਜਥੇਬੰਦੀ ਦਾ ਉਹਨਾਂ ਦੇ ਨਾਲ ਕੋਈ ਨਾਤਾ ਨਹੀਂ ਹੈ। ਪਹਿਲੇ ਦਿਨ ਤੋਂ ਹੀ ਭੁਪਿੰਦਰ ਸਿੰਘ ਮਾਨ ਦਾ ਵਿਰੋਧ ਹੋ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਮਾਨ ਇਹਨਾਂ 3 ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਨੇ ਤੇ ਉਹ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਵੀ ਕਦੇ ਸ਼ਾਮਿਲ ਨਹੀਂ ਹੋਏ। ਉਹਨਾਂ ਨੇ ਤਾਂ ਨਰਿੰਦਰ ਤੋਮਰ ਨੂੰ ਚਿੱਠੀ ਤੱਕ ਲਿਖ ਦਿੱਤੀ ਸੀ। ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇੱਕ ਹੋਰ ਹੀ ਵੱਡਾ ਤੇ ਨਵਾਂ ਬਿਆਨ ਦੇ ਦਿੱਤਾ। ਕਹਿੰਦੇ ਨੇ ਕਿ ਭੁਪਿੰਦਰ ਸਿੰਘ ਮਾਨ ਦੇ ਵੱਲੋਂ ਸੁਪਰੀਮ ਕੋਰਟ ਦੀ ਖੇਤੀ ਕਾਨੂੰਨਾਂ ਸੰਬੰਧੀ ਕਮੇਟੀ ਦੀ ਮੈਂਬਰੀ ਤੋਂ ਹਟਣਾ ਜਿਹੜਾ ਹੈਗਾ ਉਹ ਕੇਂਦਰ ਤੇ ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਕਾਰਗੁਜ਼ਾਰੀਆਂ ਦੀ ਪੋਲ ਖੁੱਲਣ ਦਾ ਨਤੀਜਾ ਹੈ। ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਕਮੇਟੀ ਵਿੱਚ ਭੁਪਿੰਦਰ ਸਿੰਘ ਮਾਨ ਤੇ ਅਸ਼ੋਕ ਗੁਲਾਟੀ ਦੇ ਨਾਮ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਵਾਏ ਨੇ ਤੇ ਹੁਣ ਜਨਤਕ ਦਬਾਅ ਪੈ ਰਿਹਾ ਤੇ ਪੋਲ ਖੁੱਲਣ ਤੋਂ ਪਾਸਾ ਵੱਟ ਰਹੇ ਨੇ ਤੇ ਹੁਣ ਇੱਕ ਮੈਂਬਰ ਨੇ ਕਮੇਟੀ ਛੱਡੀ, ਅੱਗੇ ਪਤਾ ਨਹੀਂ ਕਿੰਨਿਆਂ ਨੇ ਛੱਡ ਜਾਣੀ ਹੈ। ਤੇ ਇਸੇ ਖਬਰ ਦੇ ਨਾਲ ਇੱਕ ਹੋਰ ਵੱਡੀ ਖਬਰ ਆਈ ਕਿ ਕਿਸਾਨ ਲੀਡਰ ਭੁਪਿੰਦਰ ਸਿੰਘ ਮਾਨ ਨੇ ਜਿਵੇਂ ਹੀ ਸੁਪਰੀਮ ਕੋਰਟ ਦੀ 4 ਮੈਂਬਰੀ ਕਮੇਟੀ ਛੱਡਣ ਦਾ
ਐਲਾਨ ਕੀਤਾ। ਉਸ ਤੋਂ ਬਾਅਦ ਹੀ ਕਿਸਾਨਾਂ ਦੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ। ਦੁਸ਼ਯੰਤ ਦਵੇ ਨੇ ਕਿਹਾ ਕਿ ਮੈਂ ਆਪਣੀਆਂ ਸੇਵਾਵਾਂ ਜਾਰੀ ਨਹੀਂ ਰੱਖ ਸਕਦਾ। ਦੁਸ਼ਯੰਤ ਦਵੇ ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਦੇ ਵੱਲੋਂ ਪੱਖ ਰੱਖ ਰਹੇ ਨੇ। ਕੇਸ ਦੀ ਸੁਣਵਾਈ ਮੌਕੇ ਉਹਨਾਂ ਨੇ ਠੋਸ ਦਲੀਲਾਂ ਰੱਖਦਿਆਂ ਕਿਹਾ ਸੀ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨ ਨਹੀਂ ਮੰਨਣਗੇ ਤੇ ਇਹਦੇ ਲਈ ਕਿਸਾਨ ਜਾਨਾਂ ਵਾਰਨ ਲਈ ਵੀ ਤਿਆਰ ਨੇ। ਸੋ ਇੱਕੋ ਦਿਨ ਇੱਕੋ ਵੇਲੇ ਵਾਪਰੀਆਂ ਦੋ ਘਟਨਾਵਾਂ ਨੇ ਨਵੇਂ ਸਵਾਲ ਤਾਂ ਖੜੇ ਕੀਤੇ ਨੇ। ਇਹਨਾਂ ਅਸਤੀਫਿਆਂ ਨੇ ਸਰਕਾਰ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਦਖਲ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਆਂਦਾ ਹੈ। ਬਹੁਤ ਹੀ ਵੱਡੀ ਗੱਲ ਹੁੰਦੀ ਹੈ ਜਦੋਂ ਦੇਸ਼ ਵਾਸੀਆਂ ਨੂੰ ਸਰਕਾਰ ਤੇ ਵੀ ਨਾ ਯਕੀਨ ਰਹੇ ਤੇ ਨਿਆਂਪਾਲਿਕਾ ਤੇ ਵੀ ਨਾ ਯਕੀਨ ਰਹੇ। ਨਿਆਂਪਾਲਿਕਾ ਤੋਂ ਭਰੋਸਾ ਉੱਠਣਾ ਬਹੁਤ ਹੀ ਖਤਰਨਾਕ ਹੁੰਦਾ ਹੈ। ਵੱਡੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਚਿੱਠੀ ਲਿਖੀ ਹੈ ਕਿਸਾਨਾਂ ਦੇ ਨਾਮ, ਖੁੱਲੀ ਚਿੱਠੀ। ਉਹਨਾਂ ਦੀ ਇਹ ਚਿੱਠੀ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੰਪਾਦਕੀ ਪੰਨੇ ਦੇ ਉੱਤੇ ਛਪੀ ਹੈ। 3 ਖੇਤੀ ਕਾਨੂੰਨਾਂ ਦੇ ਵਿਰੁੱਧ 26 ਜਨਵਰੀ ਨੂੰ ਜਿਹੜਾ ਟਰੈਕਟਰ ਪਰੇਡ ਜਿਹੜੀ ਨਿਕਲਣੀ ਹੈ ਉਹ ਕੌਮੀ ਰਾਜਧਾਨੀ ਦੇ ਅੰਦਰ ਨਹੀਂ ਬਲਕਿ ਦਿੱਲੀ ਦੀਆਂ ਸਰਹੱਦਾਂ ਤੇ ਹੋਵੇਗੀ। ਇਹ ਖਾਸ ਤੌਰ ਤੇ ਚਿੱਠੀ ਦੇ ਵਿੱਚੋਂ ਸਾਹਮਣੇ ਆਇਆ ਤੇ ਨਾਲ ਹੀ ਉਹਨਾਂ ਨੂੰ ਸਾਜ਼ਿਸ਼ ਦੀ ਬੋ ਆ ਰਹੀ ਹੈ ਕਿ 26 ਜਨਵਰੀ ਦੀ ਗਣਤੰਤਰ ਪਰੇਡ ਜਿਹੜੀ ਕਿਸਾਨ ਟਰੈਕਟਰ ਪਰੇਡ ਕੱਢਣਗੇ ਗਣਤੰਤਰ ਦਿਹਾੜੇ ਦੇ ਮੌਕੇ, ਉਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਵੀ ਤੇਜ਼ ਹੋ ਗਈਆਂ ਨੇ। ਸਰਕਾਰੀ ਏਜੰਸੀਆਂ ਜਾਂ ਫਿਰ ਕਿਸਾਨ ਵਿਰੋਧੀ ਲੋਕ ਹੈਗੇ ਨੇ ਉਹ ਸਾਡੇ ਸੰਘਰਸ਼ ਨੂੰ ਤਾਰ-ਪੀੜੋ ਕਰ ਸਕਦੇ ਨੇ, ਪੂਰੀ ਤਾਕ ਦੇ ਵਿੱਚ ਨੇ। ਇਸ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇਹ ਕਿਆਸ ਲਾਏ ਜਾ ਰਹੇ ਨੇ ਕਿ ਕਿਸਾਨ ਰਾਜਪਥ ਤੇ ਮਾਰਚ ਕਰਨਗੇ। ਕਿਸਾਨਾਂ ਨੂੰ ਲਿਖੀ ਚਿੱਠੀ ਵਿੱਚ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਉਹਨਾਂ ਨੇ ਕਿਸਾਨਾਂ ਨੂੰ ਅਮਨ, ਸ਼ਾਂਤੀ ਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਕਿਹਾ ਕਿ 26 ਜਨਵਰੀ ਦੀ ਪਰੇਡ ਦੀ ਰੂਪਰੇਖਾ ਅਸੀਂ 15 ਜਨਵਰੀ ਤੋਂ ਬਾਅਦ ਦੱਸਾਂਗੇ। ਸਾਰਿਆਂ ਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਤੇ ਗਲਤ ਬਿਆਨਬਾਜ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਸਾਨ ਲੀਡਰ ਨੇ ਕਿਹਾ ਕਿ ਅਸੀਂ ਟਰੈਕਟਰ ਪਰੇਡ ਕਰਾਂਗੇ 15 ਜਨਵਰੀ ਤੋਂ ਬਾਅਦ 16 ਜਨਵਰੀ ਨੂੰ ਸਾਰੇ ਵੀ ਅਸੀਂ ਤੁਹਾਨੂੰ ਦੇਾਂਗੇ। ਸੋ ਬਲਵੀਰ ਸਿੰਘ ਰਾਜੇਵਾਲ ਨੇ ਇਹ ਚਿੱਠੀ ਅਜਿਹੇ ਸਮੇਂ ਲਿਖੀ ਹੈ ਜਦੋਂ ਕਿਸਾਨ ਜਥੇਬੰਦੀਆਂ ਦੇ ਨਾਲ ਹੀ ਜੁੜੇ ਜਿਹੜੇ ਕੁਝ ਕਿਸਾਨ ਨੇ ਜਾਂ ਨੌਜਵਾਨ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਤਿਆਰੀਆਂ ਖੂਬ ਕੀਤੀਆਂ ਜਾ ਰਹੀਆਂ ਨੇ ਕਿ ਉਹ ਦਿੱਲੀ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਪਰੇਡ ਕੱਢਣ ਜਾ ਰਹੇ ਨੇ। ਸ਼ਾਇਦ ਇੱਥੇ ਕਿਤੇ ਨਾ ਕਿਤੇ ਡਾਇਲੌਗ ਦੀ ਕਮੀ ਹੈ ਜਾਂ ਫਿਰ ਜਾਣਕਾਰੀ ਡਿਲੀਵਰ ਕਰਨ ਦੀ ਕਮੀ ਹੈ ਕਿਸਾਨ ਲੀਡਰਾਂ ਦੇ ਵੱਲੋਂ, ਜਿਹਦੇ ਕਰਕੇ ਬਲਵੀਰ ਸਿੰਘ ਰਾਜੇਵਾਲ ਨੂੰ ਇਹ ਚਿੱਠੀ ਲਿਖਣੀ ਪਈ ਹੈ। ਹਾਲਾਂਕਿ ਪਿਛਲੇ ਦਿਨੀ ਗੁਰਨਾਮ ਸਿੰਘ ਚੜੂਨੀ ਨੇ ਸਿੰਘੂ ਬਾਰਡਰ ਦੀ ਸਟੇਜ ਤੋਂ ਇਹ ਵੀ ਕਿਹਾ ਸੀ ਕਿ ਜੇ 26 ਜਨਵਰੀ ਤੱਕ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤਾਂ ਅਸੀਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਮਾਰਚ ਕੱਢਾਂਗੇ, ਅਸੀਂ ਦਿੱਲੀ ਦੇ ਅੰਦਰ ਦਾਖਲ ਹੋਵਾਂਗੇ ਅਤੇ ਸੰਸਦ ਦੇ ਵਿੱਚ ਜਾ ਕੇ ਧਰਨਾ ਲਾਵਾਂਗੇ। ਗੁਰਨਾਮ ਸਿੰਘ ਚੜੂਨੀ ਨੇ ਬਿਆਨ ਦਿੱਤਾ ਸੀ। ਸੋ ਬਲਵੀਰ ਸਿੰਘ ਰਾਜੇਵਾਲ ਨੇ ਇਹਨਾਂ ਸਾਰੇ ਬਿਆਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਬਿਲਕੁਲ ਚੰਗੇ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਅਸੀਂ ਟਰੈਕਟਰ ਪਰੇਡ ਕੱਢਾਂਗੇ, ਦਿੱਲੀ 'ਚ ਦਾਖਲ ਨਹੀਂ ਹੋਵਾਂਗੇ। ਹਾਲਾਂਕਿ ਪਿਛਲੇ ਦਿਨ ਹੀ ਕਿਸਾਨ ਲੀਡਰ ਸਾਰੇ ਕਹਿੰਦੇ ਰਹੇ ਨੇ ਕਿ ਦਿੱਲੀ ਦੇ ਵਿੱਚ ਦਾਖਲ ਹੈ ਜਿਹੜਾ ਉਹ ਅਸੀਂ ਹੋਣਾ। ਬਲਵੀਰ ਸਿੰਘ ਰਾਜੇਵਾਲ ਦੀ ਇਸ ਚਿੱਠੀ ਤੋਂ ਬਾਅਦ ਮਾਹੌਲ ਹੈ ਜਿਹੜਾ ਸ਼ਾਂਤ ਹੀ ਬਣਿਆ ਹੋਇਆ ਹੈ। ਉਸ ਤੋਂ ਬਾਅਦ ਸ਼ਾਇਦ ਕਿਸਾਨ, ਕਿਉਂਕਿ 16 ਜਨਵਰੀ ਦਾ ਇਹਨਾਂ ਨੇ ਦਿਨ ਦਿੱਤਾ ਕਿ 16 ਜਨਵਰੀ ਨੂੰ ਅਸੀਂ ਸਾਰੀ ਰੂਪਰੇਖਾ ਉਲੀਕਾਂਗੇ, ਤੁਹਾਨੂੰ ਦੱਸ ਦਿਆਂਗੇ। ਉਦੋਂ ਤੱਕ ਕਿਸਾਨ ਨੇ ਜਿਹੜੇ ਉਹਨਾਂ ਨੂੰ ਜ਼ਰੂਰ ਉਡੀਕ ਕਰਨੀ ਚਾਹੀਦੀ ਹੈ ਕਿ ਕਿਸਾਨ ਲੀਡਰਾਂ ਦੀ ਅਸਲ ਦੇ ਵਿੱਚ ਕੀ ਪਲਾਨਿੰਗ ਹੈ। ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਅਤੇ ਨਵੇਂ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਅਜਿਹਾ ਕਰਨ ਨਾਲ ਸਰਕਾਰ ਦਾ ਕੱਦ ਉੱਚਾ ਹੀ ਹੋਵੇਗਾ। ਸ਼ਿਵ ਸੈਨਾ ਦੇ ਅਖਬਾਰ ਸਾਹਮਣਾ ਦੇ ਸੰਪਾਦਕੀ ਦੇ ਵਿੱਚ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਦੀ ਵਰਤੋਂ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਵੀ ਦੋਸ਼ ਲਾਇਆ ਗਿਆ। ਸੰਪਾਦਕੀ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਸਾਹਮਣੇ ਕੇਂਦਰ ਦਾ ਦਾਅਵਾ ਵੀ ਹੈਰਾਨ ਕਰਨ ਵਾਲਾ ਹੈ ਕਿ ਖਾਲਿਸਤਾਨੀ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ। ਸ਼ਿਵ ਸੈਨਾ ਨੇ ਦੋਸ਼ ਲਾਇਆ ਹੈ ਕਿ ਜੇ ਖਾਲਿਸਤਾਨੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਘੁਸਪੈਠ ਕੀਤੀ ਹੈ ਤਾਂ ਫਿਰ ਸਰਕਾਰ ਦੀ ਅਸਫਲਤਾ ਹੈ। ਸਰਕਾਰ ਅੰਦੋਲਨ ਨੂੰ ਦੇਸ਼ ਧਰੋਹ ਦਾ ਰੰਗ ਦੇ ਕੇ ਸਿਆਸਤ ਕਰਨਾ ਚਾਹੁੰਦੀ ਹੈ। ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਏਗਾ। ਵਿੱਤੀ ਸਾਲ 2021-22 ਦਾ ਆਮ ਬਜਟ ਸੈਸ਼ਨ 1 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਏਗਾ। ਲੋਕ ਸਭਾ ਸਕੱਤਰ ਦੇ ਬਿਆਨ ਦੇ ਮੁਤਾਬਿਕ 2 ਹਿੱਸਿਆਂ ਦੇ ਵਿੱਚ ਬਜਟ ਸੈਸ਼ਨ 8 ਅਪ੍ਰੈਲ ਤੱਕ ਚੱਲੇਗਾ। ਪਹਿਲਾ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋ ਕੇ 15 ਫਰਵਰੀ ਤੱਕ ਚੱਲੇਗਾ। ਦੂਸਰਾ 8 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ 29 ਜਨਵਰੀ ਨੂੰ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਤੇ ਕੇਂਦਰੀ ਬਜਟ ਹੈ ਜਿਹੜਾ ਉਹ 1 ਫਰਵਰੀ ਨੂੰ ਸਵੇਰੇ 11 ਵਜੇ ਪੇਸ਼ ਕੀਤਾ ਜਾਏਗਾ। ਮੋਦੀ ਸਰਕਾਰ ਦਾ ਇਹ ਕੇਂਦਰੀ ਬਜਟ, ਆਮ ਬਜਟ, ਇਸ ਦੇ ਵਿੱਚ ਤੁਹਾਡੇ ਸਭ ਦੇ ਲਈ ਕੀ ਕੁਝ ਹੋਵੇਗਾ ਇਹ ਦੇਖਣ ਵਾਲੀ ਨਜ਼ਰ ਰਹੇਗੀ। ਫਤਿਹਗੜ੍ਹ ਸਾਹਿਬ ਤੋਂ ਖਬਰ ਹੈ ਜਿੱਥੇ
ਇੱਕ ਫਿਲਮ ਅਭਿਨੇਤਰੀ ਨੂੰ ਆਪਣੀ ਫਿਲਮ ਦੀ ਸ਼ੂਟਿੰਗ ਰੋਕਣੀ ਪਈ ਬੱਸੀ ਪਠਾਣਾ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਕੇ। ਦਰਅਸਲ ਸ਼੍ਰੀਦੇਵੀ ਦੀ ਬੇਟੀ ਅਦਾਕਾਰ ਜਾਨਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ ਦੀ ਸ਼ੂਟਿੰਗ ਬੱਸੀ ਪਠਾਣਾ ਦੇ ਵਿੱਚ ਉਦੋਂ ਰੋਕਣੀ ਪਈ ਜਦੋਂ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਇਹਨਾਂ ਕਲਾਕਾਰਾਂ ਨੂੰ ਕੋਈ ਟਿੱਪਣੀ ਕਰਨੀ ਚਾਹੀਦੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਬੱਸੀ ਪਠਾਣਾ ਦੇ ਡੀਐਸਪੀ ਸੁਖਮਿੰਦਰ ਸਿੰਘ ਚੌਹਾਨ ਨੇ ਜਾਣਕਾਰੀ ਦਿੱਤੀ ਕਿ 20 ਤੋਂ 30 ਕਿਸਾਨ ਫਿਲਮ ਦੇ ਸੈੱਟ ਦੇ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਪਹੁੰਚੇ, ਜਿਹਦੇ ਕਾਰਨ ਸ਼ੂਟਿੰਗ 2-3 ਘੰਟੇ ਤੱਕ ਰੁਕੀ ਰਹੀ। ਕਿਸਾਨ ਫਿਲਮ ਕਲਾਕਾਰਾਂ ਦੇ ਸਮਰਥਨ ਦਾ ਭਰੋਸਾ ਚਾਹੁੰਦੇ ਸੀ। ਜਦੋਂ ਫਿਲਮੀ ਦੁਨੀਆ ਵਾਲਿਆਂ ਨੇ ਅਜਿਹਾ ਕੀਤਾ ਤਾਂ ਸ਼ੂਟਿੰਗ ਮੁੜ ਤੋਂ ਸ਼ੁਰੂ ਹੋ ਗਈ। ਇਹ ਜਿਹੜੀ ਅਦਾਕਾਰਾ ਜਾਨਵੀ ਕਪੂਰ ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਲਿਖਿਆ ਕਿਸਾਨਾਂ ਦੇ ਸਮਰਥਨ ਦੇ ਵਿੱਚ, ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਦਿਲ ਹਨ। ਮੈਂ ਉਹਨਾਂ ਦੀ ਭੂਮਿਕਾ ਨੂੰ ਜਾਣਦੀ ਹਾਂ ਤੇ ਕਦਰ ਕਰਦੀ ਹਾਂ, ਜਿਹੜੇ ਕਿ ਅੰਨ ਪੈਦਾ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਨੇ। ਮੈਨੂੰ ਉਮੀਦ ਹੈ ਜਲਦੀ ਕੋਈ ਹੱਲ ਨਿਕਲੇਗਾ ਜਿਹਦਾ ਕਿਸਾਨਾਂ ਨੂੰ ਲਾਭ ਹੋਏਗਾ। ਸੋ ਇੱਥੇ ਹੈਰਾਨੀ ਵਾਲੀ ਗੱਲ ਵੀ ਹੈ ਕਿ ਜਿਹੜੇ ਫਿਲਮ ਅਦਾਕਾਰ ਹਾਲੇ ਤੱਕ ਕੁਝ ਵੀ ਨਹੀਂ ਕਹਿ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਇੱਥੇ ਜਿਹੜਾ ਬੱਸੀ ਪਠਾਣਾ 2-3 ਘੰਟੇ ਸ਼ੂਟਿੰਗ ਰੋਕਣੀ ਪਈ। 2-3 ਘੰਟੇ ਦੀ ਨੌਬਤ ਹੀ ਕਿਉਂ ਆਈ? ਜੇ ਕਿਸਾਨ ਉੱਥੇ ਪਹੁੰਚ ਗਏ ਸੀ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ, ਤਾਂ ਅਦਾਕਾਰਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਨਿੱਕੀ ਜਿਹੀ ਪੋਸਟ ਪਾਉਣ ਦੇ ਵਿੱਚ ਕੀ ਦਿੱਕਤ ਸੀ? ਆਖਿਰਕਾਰ 2-3 ਘੰਟੇ ਉਹਨਾਂ ਨੂੰ ਸੋਚਣਾ ਕਿਉਂ ਪਿਆ? ਸਵਾਲ ਤਾਂ ਉੱਠਦੇ ਹੀ ਨੇ ਕਿ ਅੰਨਦਾਤਾ ਦੇ ਹੱਕ ਦੇ ਵਿੱਚ ਇਹ ਵੱਡੇ ਲੋਕ ਕਿਉਂ ਨਹੀਂ ਕੁਝ ਸੋਚ ਰਹੇ। ਪੰਜਾਬ ਤੇ ਹਰਿਆਣਾ ਦੇ ਵਿੱਚ ਲਗਾਤਾਰ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਕੜਾਕੇ ਦੀ ਠੰਡ ਪੰਜਾਬ ਤੇ ਹਰਿਆਣਾ ਦੇ ਵਿੱਚ ਵੀਰਵਾਰ ਨੂੰ ਵੀ ਪੈਂਦੀ ਰਹੀ ਹੈ। ਸੰਘਣੀ ਧੁੰਦ ਕਾਰਨ ਆਮ ਜਨਜੀਵਨ ਤੇ ਅਸਰ ਜ਼ਰੂਰ ਪੈ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਹਰਿਆਣਾ ਦੇ ਨਾਰਨੌਲ ਦੇ ਵਿੱਚ ਘੱਟੋ ਘੱਟ ਤਾਪਮਾਨ ਵੀਰਵਾਰ ਨੂੰ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਰਿਹਾ। ਇਸ ਦੇ ਨਾਲ ਹੀ ਅੰਬਾਲਾ, ਹਿਸਾਰ ਤੇ ਕਰਨਾਲ ਦੇ ਵਿੱਚ ਤਾਪਮਾਨ 3.1, 3.7 ਤੇ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਵੀ ਘੱਟੋ ਘੱਟ ਤਾਪਮਾਨ ਵੀਰਵਾਰ ਨੂੰ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1 ਡਿਗਰੀ ਘੱਟ ਰਿਹਾ। ਪੰਜਾਬ ਦੇ ਵਿੱਚ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਦੇ ਵਿੱਚ ਵੀ ਪਹਿਲਾਂ ਨਾਲੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹੜੇ ਵੀ ਸ਼ਹਿਰ ਦੀ ਤੁਸੀਂ ਗੱਲ ਕਰ ਲਓ, ਇੱਥੇ ਬਿਲਕੁਲ ਹੀ ਬਰਫ਼ ਵਾਂਗੂ ਜਮਾਉਣ ਵਾਲੀ ਠੰਡ ਹੈ ਜਿਹੜੀ ਉਹ ਪੈ ਰਹੀ ਹੈ। ਪੰਜਾਬ ਤੇ ਹਰਿਆਣਾ ਪੂਰੀ ਤਰ੍ਹਾਂ ਨਾਲ ਜੰਮੇ ਹੋਏ ਨੇ। ਸ਼੍ਰੀਨਗਰ ਦੀ ਜਿਹੜੀ ਡੱਲ ਝੀਲ ਹੈ, ਉਹ ਤਾਂ ਆਪਾਂ ਕੱਲ੍ਹ ਹੀ ਖਬਰ ਦਿੱਤੀ ਸੀ ਕਿ ਡੱਲ ਝੀਲ ਤਾਂ ਪੂਰੀ ਤਰ੍ਹਾਂ ਦੇ ਨਾਲ ਜੰਮ ਗਈ ਹੈ। ਇਸ ਕਦਰ ਜੰਮ ਗਈ ਹੈ ਕਿ ਉੱਥੇ ਆਰਾਮ ਨਾਲ ਤੁਸੀਂ ਤੁਰ ਸਕਦੇ ਹੋ ਜੰਮੀ ਹੋਈ ਝੀਲ ਦੇ ਉੱਤੇ। ਸੋ ਕੜਾਕੇ ਦੀ ਠੰਡ ਦੇ ਵਿੱਚ ਠੰਡ ਤੋਂ ਬਚਣ ਦੇ ਲਈ ਤੁਸੀਂ ਆਪਣੇ ਕੱਪੜੇ ਲੀੜੇ ਜਿਹੜੇ ਵੀ ਹੁੰਦੇ ਨੇ ਪਾ ਕੇ ਰੱਖਿਆ ਕਰੋ। ਬੱਚਿਆਂ ਦਾ, ਬਜ਼ੁਰਗਾਂ ਦਾ ਖਾਸ ਧਿਆਨ ਦੇਣ ਦੀ ਲੋੜ ਹੈ। ਡਾਕਟਰ ਅਕਸਰ ਹੀ ਦੱਸਦੇ ਨੇ ਕਿ ਬਜ਼ੁਰਗਾਂ ਨੂੰ ਅਲਸੀ ਹੈ ਜਿਹੜੀ ਉਹ ਠੰਡ ਦੇ ਵਿੱਚ ਦੇਣੀ ਜ਼ਿਆਦਾ ਕਾਰਗਰ ਸਿੱਧ ਹੁੰਦੀ ਹੈ। ਹਾਲਾਂਕਿ ਨੌਜਵਾਨਾਂ ਦੇ ਲਈ ਅਲਸੀ ਬਹੁਤ ਜ਼ਿਆਦਾ ਅਲਸੀ ਖਾਣੀ ਖਤਰਨਾਕ ਵੀ ਸਾਬਿਤ ਹੁੰਦੀ ਹੈ। ਇਸ ਕਰਕੇ ਬਜ਼ੁਰਗਾਂ ਦਾ, ਬੱਚਿਆਂ ਦਾ ਤੇ ਆਪਣੇ ਆਪ ਦਾ ਸਾਰੇ ਤੁਸੀਂ ਇਸ ਕੜਾਕੇ ਦੀ ਠੰਡ ਦੇ ਵਿੱਚ ਧਿਆਨ ਰੱਖਿਓ। ਤੇ ਜਿਹੜੇ ਸੜਕਾਂ ਦੇ ਉੱਤੇ ਬੈਠਾ ਅੰਨਦਾਤਾ ਬੈਠਾ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ, ਬਿਲਕੁਲ ਸੜਕਾਂ ਦੇ ਉੱਤੇ ਬਿਸਤਰੇ ਵਿਛਾ ਕੇ ਬਹਿਣਾ ਕੋਈ ਸੌਖਾ ਨਹੀਂ ਹੁੰਦਾ। ਉਹਨਾਂ ਦੇ ਲਈ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਕੜਾਕੇ ਦੀ ਠੰਡ ਦੇ ਵਿੱਚ ਉਹ ਵੀ ਸਿਹਤਮੰਦ ਰਹਿਣ। ਸੀਬੀਆਈ ਨੇ ਵੀਰਵਾਰ ਨੂੰ ਆਪਣੇ ਕਈ ਅਧਿਕਾਰੀਆਂ ਦੇ ਉੱਤੇ ਛਾਪੇਮਾਰੀ ਕੀਤੀ। ਕਈ ਅਧਿਕਾਰੀਆਂ ਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਤੇ ਬੈਂਕ ਧੋਖਾਧੜੀ ਦੇ ਦੋਸ਼ੀ ਕੰਪਨੀਆਂ ਦਾ ਪੱਖ ਪੂਰ ਕੇ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ। ਸੀਬੀਆਈ ਨੇ ਆਪਣੇ ਹੀ ਕਈ ਅਧਿਕਾਰੀਆਂ ਦੇ ਉੱਤੇ ਵੀਰਵਾਰ ਨੂੰ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ। ਸੀਬੀਆਈ ਨੇ ਤਲਾਸ਼ੀ ਮੁਹਿੰਮ ਘੱਟੋ ਘੱਟ 5 ਥਾਵਾਂ ਤੇ ਦਿੱਲੀ ਦੇ ਵਿੱਚ ਕੀਤੀ ਗਈ ਤੇ ਸੂਤਰਾਂ ਨੇ ਦੱਸਿਆ ਕਿ ਸ਼ੱਕ ਹੈ ਕਿ ਇਹ ਅਧਿਕਾਰੀ ਕਥਿਤ ਤੌਰ ਤੇ ਕੰਪਨੀਆਂ ਤੋਂ ਨਿਯਮਿਤ ਪੈਸੇ ਵੀ ਲੈ ਰਹੇ ਸੀ। ਯਾਨੀ ਕਿ ਜਿਹੜੀਆਂ ਕੰਪਨੀਆਂ ਬੈਂਕ ਧੋਖਾਧੜੀ ਦੇ ਵਿੱਚ ਸ਼ਾਮਿਲ ਨੇ, ਜਿਨ੍ਹਾਂ ਦੇ ਉੱਤੇ ਬੈਂਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਲੱਗੇ ਨੇ, ਉਹਨਾਂ ਦਾ ਪੱਖ ਪੂਰਨ ਵਾਲੇ ਇਹ ਅਧਿਕਾਰੀ ਨੇ ਤੇ ਉਹਨਾਂ ਦਾ ਪੱਖ ਪੂਰਨ ਦੇ ਬਦਲੇ ਦੇ ਵਿੱਚ ਇਹ ਪੈਸੇ ਲੈ ਰਹੇ ਸੀ, ਜਿਨ੍ਹਾਂ ਤੇ ਸੀਬੀਆਈ ਨੇ ਛਾਪੇ ਮਾਰੇ ਨੇ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਕਿ ਤੁਸੀਂ ਭਾਰਤ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਹੋ ਜਾਂ ਫਿਰ 2-3 ਚੋਣਵੇਂ ਵਪਾਰੀਆਂ ਦੇ ਪ੍ਰਧਾਨ ਮੰਤਰੀ ਹੋ। ਦਰਅਸਲ ਰਾਹੁਲ ਗਾਂਧੀ ਮਦੁਰੈ ਦੇ ਵਿੱਚ ਪੋਂਗਲ ਦੇ ਤਿਉਹਾਰ ਦੇ ਮੌਕੇ ਤੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਸੀ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦੇਸ਼ ਦੇ ਕਿਸਾਨ ਮੁਲਕ ਦੀ ਰੀੜ੍ਹ ਦੀ ਹੱਡੀ ਨੇ। ਜੇ ਕੋਈ ਇਹ ਸੋਚਦਾ ਹੈ ਕਿ ਤੁਸੀਂ ਕਿਸਾਨਾਂ ਨੂੰ ਦਬਾ ਸਕਦੇ ਹੋ ਤਾਂ ਦੇਸ਼ ਉન્નਤੀ ਕਰਦਾ ਰਹੇਗਾ। ਦਬਾ ਦਿਓਗੇ ਤੇ ਦੇਸ਼ ਉન્નਤੀ ਫਿਰ ਵੀ ਕਰਦਾ ਰਹੇਗਾ ਤਾਂ ਤੁਹਾਨੂੰ ਪਿੱਛੇ ਮੁੜ ਕੇ ਇਤਿਹਾਸ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਜਦੋਂ ਕਦੇ ਵੀ ਕਿਸਾਨ ਕਮਜ਼ੋਰ ਹੋਏ ਨੇ ਤਾਂ ਭਾਰਤ ਵੀ ਕਮਜ਼ੋਰ ਹੋਇਆ।
ਉਹਨਾਂ ਕਿਹਾ ਕਿ ਸਰਕਾਰ ਸਿਰਫ ਕਿਸਾਨਾਂ ਨੂੰ ਨਜ਼ਰਅੰਦਾਜ਼ ਹੀ ਨਹੀਂ ਕਰ ਰਹੀ ਬਲਕਿ ਉਹਨਾਂ ਨੂੰ ਤਬਾਹ ਕਰਨ ਦੀ ਸਾਜ਼ਿਸ਼ ਵੀ ਰਚ ਰਹੀ ਹੈ, ਕਿਉਂਕਿ ਉਹ ਆਪਣੇ 2-3 ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੇ ਵਿੱਚ ਲੱਗੀ ਹੋਈ ਹੈ। ਸਰਕਾਰ ਕਿਸਾਨਾਂ ਦੇ ਹੱਕ ਦੀ ਚੀਜ਼ ਆਪਣੇ 2-3 ਦੋਸਤਾਂ ਨੂੰ ਦੇਣਾ ਚਾਹੁੰਦੀ ਹੈ। ਇਹ ਹੋ ਰਿਹਾ ਹੈ, ਜੋ ਕੁਝ ਹੋ ਰਿਹਾ ਹੈ ਉਹਦੇ ਲਈ ਨਜ਼ਰਅੰਦਾਜ਼ ਕਰਨਾ ਸ਼ਬਦ ਹੈ ਜਿਹੜਾ ਉਹ ਬਹੁਤ ਹੀ ਛੋਟਾ ਸ਼ਬਦ ਹੈ, ਇਸ ਤੋਂ ਵੱਡਾ ਵੀ ਸ਼ਬਦ ਹੋ ਸਕਦਾ ਹੈ। ਉਹਨਾਂ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਦਬਾ ਰਹੇ ਹੋ। ਪ੍ਰਧਾਨ ਮੰਤਰੀ ਮੋਦੀ ਜੀ, ਤੁਸੀਂ ਕੁਝ ਮੁੱਠੀ ਭਰ ਵਪਾਰੀਆਂ ਦੀ ਮਦਦ ਕਰ ਰਹੇ ਹੋ। ਜਦੋਂ ਕਰੋਨਾ ਆਇਆ ਤਾਂ ਤੁਸੀਂ ਆਮ ਆਦਮੀ ਦੀ ਮਦਦ ਨਹੀਂ ਕੀਤੀ। ਕਿਸ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਭਾਰਤ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਹੋ ਜਾਂ ਫਿਰ ਦੇਸ਼ ਦੇ 2-3 ਚੋਣਵੇਂ ਵਪਾਰੀਆਂ ਦੇ ਪ੍ਰਧਾਨ ਮੰਤਰੀ ਹੋ। ਮੇਰੇ ਸ਼ਬਦਾਂ ਨੂੰ ਤੁਸੀਂ ਨੋਟ ਕਰ ਲਿਓ। ਸਰਕਾਰ ਨੂੰ ਇਹ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਮਜਬੂਰ ਹੋਣਾ ਪਏਗਾ, ਇਹ ਦਾਅਵਾ ਕੀਤਾ ਹੈ ਰਾਹੁਲ ਗਾਂਧੀ ਨੇ। ਦਿੱਲੀ ਦੇ ਟਿਕਰੀ ਬਾਰਡਰ ਤੇ ਮੋਰਚੇ ਦੇ ਵਿੱਚ ਡਟੇ ਹੋਏ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਗੰਦੜ ਦੇ 45 ਸਾਲਾ ਕਿਸਾਨ ਇਕਬਾਲ ਸਿੰਘ ਦੀ ਮੌਤ ਦੀ ਖਬਰ ਮਿਲ ਰਹੀ ਹੈ। ਇਹ ਕਿਸਾਨ ਪਿਛਲੇ 15 ਦਿਨਾਂ ਤੋਂ ਟਿਕਰੀ ਬਾਰਡਰ ਤੇ ਚੱਲ ਰਹੇ ਧਰਨੇ ਦੇ ਵਿੱਚ ਸ਼ਾਮਿਲ ਸਨ। ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੇ ਦਮ ਤੋੜਿਆ ਜਦੋਂ ਇਹਨਾਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਲੰਘੇ ਐਤਵਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਦੇ ਰੋਹ ਦੇ ਕਾਰਨ ਕਰਨਾਲ ਦੇ ਇੱਕ ਪਿੰਡ ਦੇ ਵਿੱਚ ਕੈਮਲਾ ਦੇ ਵਿੱਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਰੱਖਿਆ ਖੇਤੀ ਜਲਸਾ ਰੱਦ ਕਰਨਾ ਪਿਆ ਸੀ, ਜਿਸ ਤੋਂ ਬਾਅਦ NDTV ਦੀ ਖਬਰ ਦੇ ਮੁਤਾਬਿਕ ਤੁਹਾਨੂੰ ਦੱਸ ਰਹੇ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹਦਾਇਤ ਦਿੱਤੀ ਹੈ ਕਿ ਅਗਲੇ ਨੋਟਿਸ ਤੱਕ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਕੋਈ ਵੀ ਹੋਰ ਸਭਾ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਉਹਨਾਂ ਨੇ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਹ ਜਾਣਕਾਰੀ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦੇ ਹਵਾਲੇ ਦੇ ਨਾਲ NDTV ਨੇ ਦਿੱਤੀ ਹੈ। ਗੁੱਜਰ ਨੇ ਕਿਸਾਨਾਂ ਤੇ ਵੀ ਹਮਲਾ ਬੋਲਿਆ, ਕਿਹਾ ਕਿ ਸਾਰੇ ਸੂਬੇ ਨੇ ਦੇਖਿਆ ਕਿ ਉਸ ਦਿਨ ਜਦੋਂ ਮੁੱਖ ਮੰਤਰੀ ਖੱਟਰ ਨੇ ਇੱਕ ਇਕੱਠ ਨੂੰ ਸੰਬੋਧਨ ਕਰਨਾ ਸੀ ਤਾਂ ਕਿਸਾਨਾਂ ਨੇ ਕਿਸ ਤਰੀਕੇ ਦਾ ਸਲੂਕ ਕੀਤਾ। ਗੁੱਜਰ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਅਜਿਹੀਆਂ ਬੈਠਕਾਂ ਕਰਕੇ ਮਾਮਲੇ ਨੂੰ ਹਵਾ ਨਾ ਦੇਣ ਦਾ ਜਿਹੜਾ ਫੈਸਲਾ ਕੀਤਾ ਹੈ ਉਹ ਸ਼ਲਾਘਾਯੋਗ ਹੈ, ਪਰ ਗ੍ਰਹਿ ਮੰਤਰੀ ਦੇ ਵੱਲੋਂ ਮੁੱਖ ਮੰਤਰੀ ਖੱਟਰ ਨੂੰ ਹਦਾਇਤ ਦੇ ਦਿੱਤੀ ਗਈ ਹੈ ਕਿ ਹਾਲੇ ਤੁਹਾਨੂੰ ਅਗਲੇ ਹੁਕਮਾਂ ਤੱਕ ਕੋਈ ਵੀ ਇਹੋ ਜਿਹੀ ਕਿਸਾਨ ਪੰਚਾਇਤ ਕਰਨ ਦੀ ਲੋੜ ਨਹੀਂ ਹੈ। ਦਰਅਸਲ ਜੇ ਦੇਖ ਵੀ ਲਈਏ ਤਾਂ ਟਾਈਮਿੰਗ ਦੇਖੀਏ ਆਪਾਂ ਕਿ ਸਰਕਾਰ ਕਿਸ ਟਾਈਮ ਤੇ ਇਹ ਕਿਸਾਨ ਮਹਾ ਪੰਚਾਇਤ ਕਰ ਰਹੀ ਹੈ। ਪਹਿਲਾਂ ਤੁਸੀਂ ਹਰਿਆਣਾ ਦੇ ਵਿੱਚ ਕਦੇ ਦੇਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਦੇ ਲਈ ਮਹਾ ਪੰਚਾਇਤ ਰੱਖੀ ਗਈ ਹੋਵੇ? ਹੁਣ ਜਦੋਂ ਕਿਸਾਨ ਵਿਰੋਧ ਕਰ ਰਹੇ ਨੇ ਕਿਸੇ ਕਾਨੂੰਨ ਦਾ ਤਾਂ ਹੁਣ ਹੀ ਮੁੱਖ ਮੰਤਰੀ ਨੂੰ ਕਿਉਂ ਮਹਾ ਪੰਚਾਇਤ ਯਾਦ ਆਉਂਦੀ ਹੈ? ਕਦੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਪਾਂ ਸਰਕਾਰ ਨੂੰ ਰੈਲੀਆਂ ਕਰਦੇ ਨਹੀਂ ਦੇਖਿਆ, ਕੋਈ ਵੀ ਜਲਸਾ ਕਰਦੇ ਨਹੀਂ ਦੇਖਿਆ, ਤਾਂ ਇਹ ਟਾਈਮਿੰਗ ਹੀ ਗਲਤ ਹੈ। ਕਿਸਾਨਾਂ ਨੇ ਜਦੋਂ ਕਿਹਾ ਸੀ ਕਿ ਇਹ ਨਾ ਕਰੋ ਰੈਲੀ, ਜੇ ਤੁਸੀਂ ਸਾਡੇ ਕਰਕੇ ਕਰ ਰਹੇ ਹੋ, ਫਿਰ ਵੀ ਉਹਨਾਂ ਨੇ ਰੱਖੀ ਤੇ ਫਿਰ ਕਿਸਾਨਾਂ ਨੇ ਵਿਰੋਧ ਕੀਤਾ, ਜਿਸ ਦੀ ਜ਼ਿੰਮੇਵਾਰੀ ਗੁਰਨਾਮ ਸਿੰਘ ਚੜੂਨੀ ਨੇ ਵੀ ਲਈ ਸੀ। ਗੁਰਦਾਸਪੁਰ ਤੋਂ ਖਬਰ ਹੈ, ਜਿੱਥੇ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਦੇ ਵਿੱਚ ਕਾਂਗਰਸ ਦੇ 2 ਗੁੱਟਾਂ ਦੇ ਵਿਚਾਲੇ ਖੂਨੀ ਝੜਪ ਹੋ ਗਈ। ਝੜਪ ਦਰਮਿਆਨ ਦੋਹਾਂ ਗੁੱਟਾਂ ਵੱਲੋਂ ਇੱਕ ਦੂਸਰੇ ਤੇ ਗੋਲੀਆਂ ਚਲਾਈਆਂ ਗਈਆਂ, ਜਿਹਦੇ ਵਿੱਚ 2 ਵਿਅਕਤੀਆਂ ਦੀ ਮੌਤ ਵੀ ਹੋ ਗਈ। ਪਿੰਡ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਦੋਵਾਂ ਗੁੱਟਾਂ ਵਿਚਾਲੇ ਤਕਰਾਰ ਹੋਈ, ਜਿਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੋਲੀਆਂ ਇੱਕ ਦੂਜੇ ਤੇ ਦਾਗੀਆਂ ਗਈਆਂ। 40 ਸਾਲਾ ਕਾਂਗਰਸ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ ਦੀ ਤਾਂ ਮੌਕੇ ਤੇ ਹੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ 42 ਸਾਲਾ ਦੇ ਪੰਚਾਇਤੀ ਪ੍ਰਬੰਧਕ ਹਰਦਿਆਲ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਰਾਹ ਦੇ ਵਿੱਚ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੂਗਲ ਨੇ ਭਾਰਤ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਿੱਜੀ ਲੋਨ ਦੇਣ ਵਾਲੀਆਂ ਐਪਸ ਦੀ ਸਮੀਖਿਆ ਕੀਤੀ ਹੈ ਤੇ ਉਹਨਾਂ ਦੇ ਵਿੱਚੋਂ ਕਈਆਂ ਐਪਸ ਨੂੰ ਹਟਾ ਵੀ ਦਿੱਤਾ ਹੈ ਗੂਗਲ ਪਲੇ ਸਟੋਰ ਤੋਂ। ਖਪਤਕਾਰਾਂ ਤੇ ਸਰਕਾਰੀ ਏਜੰਸੀਆਂ ਨੇ ਕੰਪਨੀ ਦੇ ਕੋਲ ਇਹਨਾਂ ਐਪਸ ਦੇ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ ਤੇ ਗੂਗਲ ਨੇ 14 ਜਨਵਰੀ ਨੂੰ ਕਿਹਾ ਕਿ ਖਪਤਕਾਰ ਸੁਰੱਖਿਆ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਐਪਸ ਨੂੰ ਤੁਰੰਤ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕਾ ਤੋਂ ਵੱਡੀ ਖਬਰ ਹੈ ਕਿ ਅਮਰੀਕਾ ਦੇ ਵਿੱਚ ਵੱਧ ਰਹੀ ਕਰੋਨਾ ਵਾਇਰਸ ਦੀ ਲਾਗ ਨੂੰ ਘੱਟ ਕਰਨ ਦੇ ਲਈ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਯਾਨੀ ਕਿ CDC ਨੇ ਹਵਾਈ ਸਫ਼ਰ ਕਰਕੇ ਅਮਰੀਕਾ ਆਉਣ ਵਾਲੇ ਯਾਤਰੀਆਂ ਦੇ ਲਈ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਇਹਨਾਂ ਨਵੇਂ ਨਿਯਮਾਂ ਦਾ ਉਦੇਸ਼ ਕਰੋਨਾ ਵਾਇਰਸ ਦੇ ਫੈਲਣ ਤੇ ਰੋਕ ਲਾਉਣਾ। CDC ਦੇ ਮੁਤਾਬਿਕ 26 ਜਨਵਰੀ ਤੋਂ ਇਹ ਨਿਯਮ ਲਾਗੂ ਹੋਏਗਾ, ਜਿਹਦੇ ਤਹਿਤ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਉਡਾਣ ਤੋਂ 3 ਦਿਨਾਂ ਦੇ ਅੰਦਰ ਕਰਵਾਏ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦੇਣੀ ਪਵੇਗੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਸੰਯੁਕਤ ਰਾਜ ਨੇ UK ਤੋਂ ਉਡਾਣ ਭਰਨ ਵਾਲੇ ਯਾਤਰੀਆਂ ਲਈ ਨੈਗੇਟਿਵ ਕੋਵਿਡ ਟੈਸਟ ਨੂੰ ਜ਼ਰੂਰੀ ਕੀਤਾ ਸੀ। 에ਅਰਲਾਈਨਸ ਫਾਰ ਅਮਰੀਕਾ ਦੇ ਮੁਤਾਬਿਕ ਸੰਯੁਕਤ ਰਾਜ ਦੇ ਵਿੱਚ 1 ਸਾਲ ਪਹਿਲਾਂ ਦੇ
ਮੁਕਾਬਲੇ ਦਸੰਬਰ ਦੇ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਆਮਦ ਵਿੱਚ 76% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਹੁਤ ਵੱਡਾ ਫਰਕ ਹੈ। ਸੋ ਅਮਰੀਕਾ ਦੇ ਵਿੱਚ ਹੁਣ ਜਿਹਨੇ ਕਿਸੇ ਨੇ ਵੀ ਹਵਾਈ ਯਾਤਰਾ ਦੇ ਰਾਹੀਂ ਜਾਣਾ ਹੈ, ਚਾਹੇ ਉਹ ਅਮਰੀਕਾ ਦਾ ਆਪਣਾ ਹੀ ਸਿਟੀਜ਼ਨ ਕਿਉਂ ਨਾ ਹੋਵੇ ਜਾਂ ਫਿਰ ਕਿਸੇ ਨੇ ਘੁੰਮਣ ਜਾਣਾ ਹੈ, ਟੂਰਿਸਟ ਵੀਜ਼ਾ ਤੇ ਜਾਣਾ ਹੈ, ਸਟੂਡੈਂਟ ਵੀਜ਼ਾ ਤੇ ਜਾਣਾ ਹੈ, ਤਾਂ ਤੁਹਾਡੇ ਕੋਲ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। ਨਹੀਂ ਤਾਂ ਤੁਹਾਨੂੰ ਉੱਥੇ 에ਅਰਪੋਰਟ ਤੇ ਉਤਰਦੇ ਸਾਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤੁਹਾਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ। ਬਠਿੰਡਾ ਤੋਂ ਇੱਕ ਹੋਰ ਖਬਰ ਦੱਸਦੀ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਸੰਬੰਧਿਤ ਕਿਸਾਨ ਲੀਡਰਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਬੀਜੇਪੀ ਦੇ ਲੀਡਰ ਜਿਹੜੇ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਉਹਦੇ ਖਿਲਾਫ ਹੁਣ ਪੰਜਾਬ ਦੀਆਂ ਔਰਤਾਂ ਝੰਡਾ ਚੁੱਕਣਗੀਆਂ। ਕਿਸਾਨ ਲੀਡਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਦੋਵੇਂ ਪੰਜਾਬ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਦਾਬਾ ਪਾਉਣ ਵਾਲੇ ਵਤੀਰੇ ਨੂੰ ਦੇਖਦਿਆਂ ਮੌਜੂਦਾ ਜਿਹੜਾ ਘੋਲ ਚੱਲ ਰਿਹਾ ਉਹਦੇ ਵਿੱਚ ਪੇਂਡੂ ਔਰਤਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲੈ ਲਿਆ ਤੇ ਸੰਘਰਸ਼ ਨੂੰ ਦੋਵੇਂ ਬੀਜੇਪੀ ਲੀਡਰਾਂ ਦੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲਿਜਾਣ ਦਾ ਫੈਸਲਾ ਕੀਤਾ। ਜਥੇਬੰਦੀ ਨੇ 18 ਜਨਵਰੀ ਨੂੰ ਔਰਤ ਦਿਵਸ ਮਨਾਉਣ ਦੇ ਸੱਦੇ ਦੇ ਤਹਿਤ ਗਰੇਵਾਲ ਦੇ ਪਿੰਡ ਧਨੌਲਾ ਅਤੇ ਜਿਆਣੀ ਦੇ ਪਿੰਡ ਕਟਹਿਰਾ ਦੇ ਵਿੱਚ ਔਰਤਾਂ ਦੀਆਂ ਵਿਸ਼ਾਲ ਰੈਲੀਆਂ ਕਰਨ ਦਾ ਐਲਾਨ ਕੀਤਾ। ਇਸ ਔਰਤ ਸ਼ਕਤੀ ਦੇ ਵਿੱਚ ਵੱਡਾ ਹਿੱਸਾ ਉਹਨਾਂ ਔਰਤਾਂ ਦਾ ਹੋਵੇਗਾ ਜਿਨ੍ਹਾਂ ਦੇ ਕਮਾਊ ਪਤੀ ਜਾਂ ਪੁੱਤਰ ਖੇਤੀ ਤੇ ਆਏ ਸੰਕਟ ਕਾਰਨ ਜਹਾਨੋਂ ਤੁਰ ਗਏ ਨੇ, ਖੁਦਕੁਸ਼ੀਆਂ ਕਰ ਗਏ ਨੇ। ਯਾਨੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਵਿਧਵਾਵਾਂ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣਗੀਆਂ। 2 ਪਿੰਡਾਂ ਦੇ ਵਿੱਚ ਇਹ ਰੈਲੀਆਂ ਕੀਤੀਆਂ ਜਾਣਗੀਆਂ ਤੇ ਪੇਂਡੂ ਖੇਤਰ ਨਾਲ ਸੰਬੰਧਿਤ ਸਧਾਰਨ ਪਰਿਵਾਰਾਂ ਦੀਆਂ ਹਜ਼ਾਰਾਂ ਔਰਤਾਂ ਵੀ ਬੀਜੇਪੀ ਖਿਲਾਫ ਇਸ ਜੰਗ ਦੇ ਵਿੱਚ ਕੁੱਦਣਗੀਆਂ। ਸੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਖੋ ਵੱਖਰੇ ਜਿਹੜੇ ਐਕਸ਼ਨ ਨੇ ਉਹ ਕੀਤੇ ਜਾਂਦੇ ਨੇ ਇਸ ਘੋਲ ਦੇ ਵਿੱਚ, ਤੇ ਇਹ ਵੀ ਇੱਕ ਨਵਾਂ ਐਕਸ਼ਨ ਹੈ ਕਿ ਗਰੇਵਾਲ ਦੇ ਪਿੰਡ ਧਨੌਲਾ ਤੇ ਜਿਆਣੀ ਦੇ ਪਿੰਡ ਕਟਹਿਰਾ ਦੇ ਵਿੱਚ 18 ਜਨਵਰੀ ਨੂੰ ਵੱਡੀਆਂ ਵਿਸ਼ਾਲ ਰੈਲੀਆਂ ਹੋਣਗੀਆਂ ਸਿਰਫ ਤੇ ਸਿਰਫ ਕਿਸਾਨ ਔਰਤਾਂ ਦੀਆਂ। ਇਹਦੇ ਵਿੱਚ ਕਿਸਾਨਾਂ ਦੀਆਂ ਵਿਧਵਾਵਾਂ, ਖੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਵਿਧਵਾਵਾਂ ਖਾਸ ਤੌਰ ਤੇ ਸ਼ਮੂਲੀਅਤ ਕਰਨਗੀਆਂ। ਪੰਜਾਬ ਦੇ ਖੇਡ ਵਿਭਾਗ ਨੇ 2017-18 ਦੌਰਾਨ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਖੇਡ ਪਿੜਾਂ ਦੇ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ਤੇ ਪਹਿਲੇ ਪੜਾਅ ਤਹਿਤ 90 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਏਗਾ। ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਜਿਹੇ 1135 ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਦੇ ਨਗਦ ਇਨਾਮ ਦੇਣ ਦਾ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਤੇ ਰਾਣਾ ਸੋਢੀ ਨੇ ਦੱਸਿਆ ਕਿ ਸੂਬੇ ਦੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਨਗਦ ਇਨਾਮੀ ਰਾਸ਼ੀ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਅਸੀਂ ਨਵੀਂ ਖੇਡ ਨੀਤੀ 2018 ਦੇ ਮੁਤਾਬਿਕ ਇਹ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਉਹਨਾਂ ਜਾਣਕਾਰੀ ਦਿੱਤੀ ਕਿ 2007 ਤੋਂ ਲੈ ਕੇ 2018 ਦੇ ਦੌਰਾਨ ਸੂਬੇ ਤੇ ਦੇਸ਼ ਦੇ ਲਈ ਨਾਮਣਾ ਖੱਟਣ ਵਾਲੇ ਕੌਮਾਂਤਰੀ ਤੇ ਕੌਮੀ ਪੱਧਰ ਦੇ 1135 ਖਿਡਾਰੀਆਂ ਨੂੰ ਨਗਦ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਆ ਜਾਵੇਗਾ। ਇਸ ਪੜਾਅ ਤਹਿਤ ਕੁੱਲ ਪਹਿਲਾ ਜਿਹੜਾ ਪੜਾਅ ਹੈ ਉਹਦੇ ਤਹਿਤ ਕੁੱਲ 90 ਖਿਡਾਰੀ ਨੇ ਜਿਹੜੇ ਉਹਨਾਂ ਨੂੰ ਪੁਰਸਕਾਰ ਦਿੱਤੇ ਜਾਣਗੇ। ਇਹਨਾਂ ਵਿੱਚੋਂ 36 ਖਿਡਾਰੀ ਕੌਮਾਂਤਰੀ ਪੱਧਰ ਤੇ ਖੇਡ ਚੁੱਕੇ ਨੇ ਤੇ 54 ਖਿਡਾਰੀ ਕੌਮੀ ਪੱਧਰ ਤੇ ਜੇਤੂ ਹਨ, ਜਿਨ੍ਹਾਂ ਨੂੰ 15 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਵਿਸ਼ੇਸ਼ ਨਗਦ ਇਨਾਮ ਵੰਡ ਸਮਾਰੋਹ ਦੌਰਾਨ 1 ਕਰੋੜ 65 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਏਗਾ। ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਨਾਲ ਤੁਹਾਨੂੰ ਦੱਸ ਰਹੇ ਹਾਂ। ਖਬਰ ਦੇ ਮੁਤਾਬਿਕ ਰੱਖਿਆ ਮੰਤਰਾਲੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਅਪੀਲ ਕੀਤੀ ਹੈ ਕਿ ਐਡਲਟਰੀ ਕਾਨੂੰਨ ਨੂੰ ਸੁਰੱਖਿਆ ਬਲਾਂ ਦੇ ਵਿੱਚ ਲਾਗੂ ਰਹਿਣ ਦਿੱਤਾ ਜਾਏ। ਗੌਰਤਲਬ ਹੈ ਕਿ ਸੁਪਰੀਮ ਕੋਰਟ ਦੀ 5 ਜੱਜਾਂ ਦੇ ਬੈਂਚ ਨੇ ਸਤੰਬਰ 2018 ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਐਡਲਟਰੀ ਕਾਨੂੰਨ ਨੂੰ ਰੱਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਵਿਭਚਾਰ ਕੋਈ ਅਪਰਾਧ ਨਹੀਂ ਹੁੰਦਾ। ਬੈਂਚ ਦੇ ਪ੍ਰਧਾਨ ਜਿਹੜੇ ਬੈਂਚ ਦੇ ਮੁਖੀ ਤਤਕਾਲੀਨ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਉਸ ਸਮੇਂ ਕਿਹਾ ਸੀ ਕਿ ਐਡਲਟਰੀ ਅਪਰਾਧ ਨਹੀਂ ਹੋ ਸਕਦਾ, ਇਹ ਨਿੱਜਤਾ ਦਾ ਮਾਮਲਾ ਹੈ, ਪਤੀ ਪਤਨੀ ਦਾ ਮਾਲਕ ਨਹੀਂ ਹੁੰਦਾ, ਔਰਤਾਂ ਦੇ ਨਾਲ ਪੁਰਸ਼ਾਂ ਦੇ ਵਰਗਾ ਹੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਉਸ ਸਮੇਂ ਵੀ ਕੇਂਦਰ ਸਰਕਾਰ ਨੇ ਆਪਣੀ ਦਲੀਲ ਵਿੱਚ ਕਿਹਾ ਸੀ ਕਿ ਇਹ ਸਮਾਜਿਕ ਤੌਰ ਦੇ ਉੱਤੇ ਗਲਤ ਹੈ, ਇਸ ਨਾਲ ਜੀਵਨ ਸਾਥੀ, ਬੱਚੇ ਅਤੇ ਪਰਿਵਾਰਿਕ
ਮਾਨਸਿਕ ਤੌਰ ਅਤੇ ਸਰੀਰਕ ਤੌਰ ਤੇ ਜ਼ਲੀਲ ਹੁੰਦੇ ਨੇ ਤੇ ਉਹਨਾਂ ਦੇ ਨਾਲ ਸ਼ੋਸ਼ਣ ਹੈ ਜਿਹੜਾ ਉਹ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਵਿਆਹੁਤਾ ਪਵਿੱਤਰਤਾ ਨੂੰ ਇੱਕ ਮੁੱਦਾ ਜ਼ਰੂਰ ਮੰਨਿਆ ਸੀ, ਪਰ ਵਿਭਚਾਰ ਦੇ ਲਈ ਦੰਡਾਤਮਕ ਜਿਹੜਾ ਕੋਈ ਸੋਧ ਹੁੰਦੀ ਹੈ ਸੁਪਰੀਮ ਕੋਰਟ ਨੇ ਵਿਆਹੁਤਾ ਪਵਿੱਤਰਤਾ ਨੂੰ ਇੱਕ ਮੁੱਦਾ ਜ਼ਰੂਰ ਮੰਨਿਆ ਸੀ, ਪਰ ਵਿਭਚਾਰ ਦੇ ਲਈ ਸਜ਼ਾ ਨੂੰ ਸਮਾਨਤਾ ਦੇ ਅਧਿਕਾਰ ਦਾ ਉਲੰਘਣ ਕਰਾਰ ਦਿੰਦੇ ਹੋਏ ਇਸ ਕਾਨੂੰਨ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ। ਤੇ ਹੁਣ 2 ਸਾਲ ਬਾਅਦ ਰੱਖਿਆ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਵਿੱਚ ਕਿਸੇ ਸਹਿਯੋਗੀ ਦੀ ਪਤਨੀ ਦੇ ਨਾਲ ਸੰਬੰਧ ਬਣਾਉਣ ਤੇ ਨੌਕਰੀ ਚੋਂ ਕੱਢੇ ਜਾਣ ਤੱਕ ਦਾ ਪ੍ਰਾਵਧਾਨ ਹੈ। ਸੈਨਾ ਆਪਣੇ ਕਥਿਤ ਅਨੁਸ਼ਾਸਨ ਨੂੰ ਬਚਾਏ ਰੱਖਣ ਦੇ ਲਈ ਐਡਲਟਰੀ ਨੂੰ ਦੰਡਨੀय ਅਪਰਾਧ ਯਾਨੀ ਕਿ ਸਜ਼ਾਯੋਗ ਅਪਰਾਧ ਬਣਾਏ ਰੱਖਣਾ ਚਾਹੁੰਦੀ ਹੈ। ਹੁਣ ਰੱਖਿਆ ਮੰਤਰਾਲਾ ਇਹ ਅਪੀਲ ਲੈ ਕੇ ਅਦਾਲਤ ਦੇ ਵਿੱਚ ਪਹੁੰਚਿਆ। ਰੱਖਿਆ ਮੰਤਰਾਲੇ ਦੀ ਇਸ ਪਟੀਸ਼ਨ ਤੇ ਜਸਟਿਸ RF ਨਰੀਮਨ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਕਿਉਂਕਿ 5 ਜੱਜਾਂ ਦੇ ਬੈਂਚ ਨੇ ਇਸ ਤੇ ਫੈਸਲਾ ਦਿੱਤਾ ਸੀ 2 ਸਾਲ ਪਹਿਲਾਂ, ਇਸ ਲਈ ਇਸ ਅਪੀਲ ਨੂੰ ਚੀਫ ਜਸਟਿਸ ਕੋਲ ਭੇਜਿਆ ਜਾਣਾ ਚਾਹੀਦਾ ਤਾਂ ਕਿ ਉਹ ਕੋਈ ਅਜਿਹਾ ਬੈਂਚ ਬਣਾ ਸਕਣ। ਇਹ ਜਿਹੜੀ ਖਬਰ ਹੈ ਉਸ ਰੱਖਿਆ ਮੰਤਰਾਲੇ ਦੇ ਨਾਲ ਜੁੜੀ ਹੋਈ ਹੈ, ਵੱਡੀ ਖਬਰ ਹੈ, ਅਡਲਟਰੀ ਕਾਨੂੰਨ ਦੇ ਨਾਲ ਜੁੜੀ ਹੋਈ, ਤੇ ਇਹ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜਨਵਰੀ ਨੂੰ ਦੇਸ਼ ਦੇ ਵਿੱਚ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰਨਗੇ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ ਮੋਦੀ ਦੇਸ਼ ਭਰ ਦੇ ਉਹਨਾਂ ਕੁਝ ਹੈਲਥ ਕੇਅਰ ਵਰਕਰਾਂ ਦੇ ਨਾਲ ਵੀਡੀਓ ਲਿੰਕ ਦੇ ਰਾਹੀਂ ਗੱਲਬਾਤ ਕਰ ਸਕਦੇ ਨੇ ਜੋ ਟੀਕੇ ਦੀ ਪਹਿਲੀ ਡੋਜ਼ ਲੈਣਗੇ। ਪ੍ਰਧਾਨ ਮੰਤਰੀ ਵੱਲੋਂ ਕੋਵਿਨ ਐਪ ਵੀ ਸ਼ੁਰੂ ਕਰਨ ਦੀ ਸੰਭਾਵਨਾ ਹੈ 16 ਜਨਵਰੀ ਨੂੰ। ਚੌਲਾਂ ਤੋਂ ਬਾਅਦ ਭਾਰਤ ਹੁਣ ਕਣਕ ਦੇ ਮਾਮਲੇ ਵਿੱਚ ਵੀ ਦੁਨੀਆ ਦੇ ਵੱਡੇ ਬਰਾਮਦਕਾਰ ਮੁਲਕਾਂ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ। ਅਮਰੀਕਾ ਦੇ ਖੇਤੀ ਵਿਭਾਗ ਨੇ ਮੰਗਲਵਾਰ ਨੂੰ 2020-21 ਲਈ ਭਾਰਤ ਦੀ ਬਰਾਮਦ ਦਾ ਅਨੁਮਾਨ ਵਧਾ ਕੇ 1.8 ਮਿਲੀਅਨ ਟਨ ਕਰ ਦਿੱਤਾ ਹੈ, ਜੋ ਕਿ ਪਹਿਲਾਂ 1 ਮਿਲੀਅਨ ਟਨ ਸੀ। ਪਿਛਲੇ 6 ਸਾਲਾਂ ਦੌਰਾਨ ਇਹ ਸਭ ਤੋਂ ਵੱਧ ਉੱਚਾ ਹੈ। ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਿਕ ਵਿਸ਼ਵ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਚੜ੍ਹਾਈ ਤੇ ਨੇ ਤੇ ਇਸ ਵਕਤ ਜੋ ਕਣਕ ਦੇ ਭਾਅ ਨੇ ਉਹ ਪਿਛਲੇ ਸਾਲ ਨਾਲੋਂ 18% ਤੋਂ ਵੀ ਵੱਧ ਨੇ। ਮਹਾਰਾਸ਼ਟਰ ਤੋਂ ਖਬਰ ਹੈ ਜਿੱਥੇ 15 ਜਨਵਰੀ ਨੂੰ ਗ੍ਰਾਮ ਪੰਚਾਇਤ ਦੀਆਂ ਯਾਨੀ ਕਿ ਕੱਲ ਨੂੰ ਗ੍ਰਾਮ ਪੰਚਾਇਤ ਦੀਆਂ ਚੋਣਾਂ ਹੋਣੀਆਂ ਸੀ, ਪਰ ਉੱਥੇ ਸੀਟਾਂ ਦੀ ਨਿਲਾਮੀ ਕੀਤੀ ਜਾ ਰਹੀ ਸੀ ਜੋ ਕਿ ਜਿਸ ਦੇ ਮੁਤਾਬਿਕ ਸਭ ਤੋਂ ਉੱਚੀ ਬੋਲੀ ਲਾਉਣ ਵਾਲੇ ਨੂੰ ਸੀਟ ਹੈ ਜਿਹੜੀ ਉਹ ਦਿੱਤੀ ਜਾਣੀ ਸੀ। ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਿਕ ਬੋਲੀਆਂ ਜਿਹੜੀਆਂ ਲਾਈਆਂ ਜਾ ਰਹੀਆਂ ਸੀ ਉਹਨਾਂ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ 2 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਉੱਥੇ ਰੱਦ ਕਰ ਦਿੱਤੀਆਂ ਨੇ। ਕੱਲ ਨੂੰ 2 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਨਹੀਂ ਹੋਣਗੀਆਂ। ਇਹ ਨਾਸਿਕ ਜ਼ਿਲ੍ਹੇ ਦਾ ਉਮਰਾਨੇ ਪਿੰਡ ਤੇ ਨੰਦੂਬਾਰ ਦਾ ਕੋਨਾ ਬਾਮਲੀ ਪਿੰਡ ਹੈ ਜਿੱਥੇ ਕਿਹਾ ਜਾ ਰਿਹਾ ਸੀ ਕਿ ਬੋਲੀ ਕਰਮਵਾਰ 2 ਕਰੋੜ ਤੇ 42 ਲੱਖ ਤੱਕ ਪਹੁੰਚ ਗਈ ਸੀ। ਬੋਲੀ ਲਾਈ ਜਾ ਰਹੀ ਸੀ ਉਮੀਦਵਾਰਾਂ ਦੀ, ਜਿਹੜਾ ਉਮੀਦਵਾਰ ਸਭ ਤੋਂ ਵੱਧ ਪੈਸੇ ਦੇਗਾ ਉਸੇ ਨੂੰ ਟਿਕਟ ਮਿਲਣੀ ਸੀ। ਬੰਗਲੌਰ ਦੁਨੀਆ ਦੇ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਿਹਾ ਟੈਕਨੋਲੋਜੀ ਹੱਬ ਦੇ ਵਜੋਂ ਉੱਭਰ ਰਿਹਾ ਹੈ। ਲੰਡਨ ਦੇ ਵਿੱਚ ਜਾਰੀ ਤਾਜ਼ਾ ਖੋਜ ਦੇ ਮੁਤਾਬਿਕ ਬੰਗਲੌਰ ਸਾਲ 2016 ਤੋਂ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਿਹਾ ਟੈਕਨੋਲੋਜੀ ਗੜ ਬਣ ਰਿਹਾ ਹੈ। ਇਸ ਤੋਂ ਬਾਅਦ ਯੂਰਪੀ ਸ਼ਹਿਰਾਂ ਦੇ ਵਿੱਚ ਲੰਡਨ, ਮਿਊਨਿਖ, ਬਰਲਿਨ ਅਤੇ ਪੈਰਿਸ ਨੇ, ਯਾਨੀ ਕਿ ਬੰਗਲੌਰ ਦੁਨੀਆ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਤੇਜ਼ੀ ਨਾਲ ਵੱਧ ਰਿਹਾ ਟੈਕਨੋਲੋਜੀ ਹੱਬ ਵਾਲਾ ਸ਼ਹਿਰ ਹੈ ਜਿਹੜਾ ਉਹ ਬਣ ਗਿਆ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਹੈ ਜਿਹੜੀ ਇਸ ਸੂਚੀ ਦੇ ਵਿੱਚ 6ਵੇਂ ਨੰਬਰ ਤੇ ਆ। ਇੱਕ ਹੋਰ ਖਬਰ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਹਿਸਾਰ ਦੇ ਲਈ ਹੈਲੀ ਟੈਕਸੀ ਦੀ ਸ਼ੁਰੂਆਤ ਹੋ ਰਹੀ ਹੈ। 1755 ਰੁਪਇਆਂ ਦੇ ਵਿੱਚ 45 ਮਿੰਟ ਦੇ ਵਿੱਚ ਇਹ ਸਫ਼ਰ ਪੂਰਾ ਹੋ ਜਾਏਗਾ ਚੰਡੀਗੜ੍ਹ ਤੋਂ ਹਿਸਾਰ ਦੇ ਲਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ 에ਅਰਪੋਰਟ ਤੋਂ ਹਿਸਾਰ ਲਈ ਹੈਲੀ ਟੈਕਸੀ ਦੀ ਸ਼ੁਰੂਆਤ ਕੀਤੀ। ਇਸ ਵਿੱਚ ਇੱਕ ਪਾਇਲਟ ਸਣੇ 4 ਲੋਕ ਸਵਾਰ ਹੋ ਸਕਦੇ ਨੇ। ਮੁੱਖ ਮੰਤਰੀ ਨੇ ਦੱਸਿਆ ਕਿ ਮਕਰ ਸੰਕ੍ਰਾਂਤੀ ਦੇ ਮੌਕੇ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਹੁਣ ਸਿਰਫ 1750 ਰੁਪਏ ਦੇ ਵਿੱਚ ਚੰਡੀਗੜ੍ਹ ਤੋਂ ਹਿਸਾਰ ਤੱਕ ਦਾ ਸਫ਼ਰ ਹੈ ਜਿਹੜਾ ਉਹ ਕੀਤਾ ਜਾ ਸਕੇਗਾ। ਅਗਲੇ ਪੜਾਅ ਦੇ ਵਿੱਚ 18 ਜਨਵਰੀ ਤੋਂ ਹਿਸਾਰ ਤੋਂ ਦੇਹਰਾਦੂਨ ਤੇ ਤੀਜੇ ਪੜਾਅ ਦੇ ਵਿੱਚ 23 ਜਨਵਰੀ ਤੋਂ ਹਿਸਾਰ ਤੋਂ ਧਰਮਸ਼ਾਲਾ ਦੇ ਲਈ ਇਹ ਸੇਵਾ ਸ਼ੁਰੂ ਕੀਤੀ ਜਾਏਗੀ। ਟੈਕਸੀ ਹੈ ਜਿਹੜੀ ਆਨਲਾਈਨ ਬੁੱਕ ਕਰਨ ਦੀ ਵੀ ਸਹੂਲਤ ਹੈ। ਮੁੰਬਈ ਤੋਂ ਖਬਰ ਹੈ ਜਿੱਥੇ ਇੱਕ ਲੋਕਲ ਰੇਲ ਗੱਡੀ ਦੇ ਸਫ਼ਰ ਦੌਰਾਨ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਨੂੰ ਚੱਲਦੀ ਰੇਲ ਗੱਡੀ ਚੋਂ ਬਾਹਰ ਧੱਕਾ ਦੇ ਕੇ ਸੁੱਟ ਦਿੱਤਾ। ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਪਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਮੁਤਾਬਿਕ ਦੋਵਾਂ ਦਾ ਵਿਆਹ ਸਿਰਫ 2 ਮਹੀਨੇ ਪਹਿਲਾਂ ਹੀ ਹੋਇਆ ਸੀ। ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਗੋਹੇ ਨਾਲ ਬਣਿਆ ਪੇਂਟ ਲਾਂਚ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਪੇਂਟ ਖਾਦੀ ਗ੍ਰਾਮੋਦਯੋਗ ਦੇ ਵੱਲੋਂ ਬਣਾਇਆ ਗਿਆ। ਗਡਕਰੀ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਕਿਸਾਨਾਂ ਨੂੰ ਵਧੇਰੇ ਆਮਦਨ ਦੇਣ ਦੇ ਲਈ ਅਸੀਂ ਖਾਦੀ ਗ੍ਰਾਮ ਉਦਯੋਗ ਦੇ ਖੇਤਰ ਵਿੱਚ ਨਵੀਆਂ ਕਾਢਾਂ ਕੱਢ ਰਹੇ ਹਾਂ। ਇਸ ਸਿਲਸਿਲੇ ਦੇ ਵਿੱਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਪ੍ਰਤਾਪ ਸਾਰੰਗੀ ਦੀ ਹਾਜ਼ਰੀ ਵਿੱਚ ਗੋਹੇ
ਗੋਹੇ ਨਾਲ ਬਣੇ ਇੱਕ ਐਂਟੀ ਵਾਇਰਲ ਕੁਦਰਤੀ ਪੇਂਟ ਦੀ ਸ਼ੁਰੂਆਤ ਕੀਤੀ ਗਈ। ਇਸ ਪੇਂਟ ਦਾ ਨਾਮ ਖਾਦੀ ਕੁਦਰਤੀ ਪੇਂਟ ਹੈ। 4 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਸੁੱਕ ਜਾਂਦਾ ਹੈ। ਇਸ ਦੀ ਫਿਨਿਸ਼ ਵੀ ਆਮ ਪੇਂਟ ਦੀ ਤਰ੍ਹਾਂ ਹੀ ਹੋਏਗੀ। ਇਹ ਪੇਂਟ ਘਰਾਂ ਦੀਆਂ ਅੰਦਰੂਨੀ ਤੇ ਬਾਹਰਲੀਆਂ ਕੰਧਾਂ ਤੇ ਕੀਤਾ ਜਾ ਸਕਦਾ ਹੈ। ਹੁਣ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਗੋਹੇ ਨਾਲ ਬਣੇ ਪੇਂਟ ਦੇ ਵਿੱਚੋਂ ਬਦਬੂ ਆਏਗੀ ਜਾਂ ਖੁਸ਼ਬੂ ਆਏਗੀ। ਕੁਲਭੂਸ਼ਣ ਯਾਦਵ ਮਾਮਲੇ ਵਿੱਚ ਇਸਲਾਮਾਬਾਦ ਹਾਈ ਕੋਰਟ ਨੇ ਸੁਣਵਾਈ ਹੈ ਜਿਹੜੀ ਉਹ ਮੁਲਤਵੀ ਕਰ ਦਿੱਤੀ ਹੈ ਤੇ ਅਗਲੀ ਸੁਣਵਾਈ 3 ਫਰਵਰੀ ਨੂੰ ਹੋਏਗੀ। ਪਾਕਿਸਤਾਨ ਦੀ ਕੈਦ ਦੇ ਵਿੱਚ ਮੌਜੂਦ ਕੁਲਭੂਸ਼ਣ ਯਾਦਵ ਨੂੰ ਪਾਕਿਸਤਾਨੀ ਸਰਕਾਰ ਭਾਰਤ ਦਾ ਜਾਸੂਸ ਦੱਸਦੀ ਹੈ, ਜਦੋਂ ਕਿ ਭਾਰਤ ਦਾ ਕਹਿਣਾ ਹੈ ਕਿ ਉਹ ਇੱਕ ਸਾਬਕਾ ਨੌਸੈਨਾ ਅਧਿਕਾਰੀ ਹੈ ਤੇ ਵਪਾਰੀ ਹੈ। ਲੰਘੇ ਹਫ਼ਤੇ WhatsApp ਨੇ ਆਪਣੀ ਨਵੀਂ ਜਿਹੜੀ ਨੀਤੀ ਹੈ, ਨਿਜਤਾ ਨੀਤੀ, ਉਹਦੇ ਵਿੱਚ ਬਦਲਾਅ ਦਾ ਐਲਾਨ ਕੀਤਾ। ਉਸ ਤੋਂ ਬਾਅਦ ਲੋਕ ਕਾਫੀ ਚਿੰਤਾ ਦੇ ਵਿੱਚ ਨੇ। ਹਾਲਾਂਕਿ WhatsApp ਨੇ ਸਪਸ਼ਟੀਕਰਨ ਵੀ ਦਿੱਤਾ 1-2 ਦਿਨ ਪਹਿਲਾਂ ਕਿ ਨਿਜਤਾ ਦੀ ਜਿਹੜੀ ਨਵੀਂ ਨੀਤੀ ਹੈ ਉਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਏਗਾ ਉਸਦੇ ਗਾਹਕਾਂ ਨੂੰ। ਪਰ ਫਿਰ ਵੀ ਜੇ WhatsApp ਦਾ ਬਦਲ ਜੇ ਤੁਸੀਂ ਦੇਖਦੇ ਹੋ, ਸਿਗਨਲ ਤੇ ਟੈਲੀਗ੍ਰਾਮ, ਇਹ ਵੀ 2 ਆਨਲਾਈਨ ਚੈਟ ਐਪਸ ਹੈਗੀਆਂ ਨੇ, ਕਿੰਨੀਆਂ ਕੁ ਸੁਰੱਖਿਅਤ ਨੇ ਇਸ ਦੇ ਬਾਰੇ ਅਸੀਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਵਾਂਗੇ। ਲੋਕਾਂ ਦੇ ਵਿੱਚ ਖਾਸ ਤੌਰ ਤੇ ਇਹਨਾਂ 2 ਐਪਸ ਦੀ ਹੀ ਚਰਚਾ ਹੋ ਰਹੀ ਹੈ, ਸਿਗਨਲ ਤੇ ਟੈਲੀਗ੍ਰਾਮ ਦੀ, ਕਿ ਜਿਹਨੇ WhatsApp ਨਹੀਂ ਬਦਲਣਾ, ਜਿਨ੍ਹਾਂ ਨੂੰ ਸ਼ੱਕ ਹੈ WhatsApp ਦੀ ਨਿਜਤਾ ਦੀ ਨਵੀਂ ਨੀਤੀ ਦੇ ਉੱਤੇ, ਤਾਂ ਉਹ ਇਹਨਾਂ ਦੋਵਾਂ ਐਪਸ ਨੂੰ ਦੇਖ ਸਕਦੇ ਨੇ। ਸਭ ਤੋਂ ਪਹਿਲਾਂ ਸਿਗਨਲ ਐਪ ਦੀ ਗੱਲ ਕਰਾਂਗੇ ਕਿ ਸਿਗਨਲ ਐਪ ਕਿੰਨੀ ਕੁ ਸੁਰੱਖਿਅਤ ਹੈ। ਸਿਗਨਲ ਐਪ ਨਾ ਲਾਭ ਨਾ ਹਾਨੀ ਦੇ ਸਿਧਾਂਤ ਤੇ ਕੰਮ ਕਰਦੀ ਹੈ। ਹੋ ਸਕਦਾ ਹੈ ਕਿ ਇਸ ਲਈ ਕੰਪਨੀ ਨੂੰ ਤੁਹਾਡੇ ਡੇਟਾ ਦੇ ਵਿੱਚ ਕੋਈ ਦਿਲਚਸਪੀ ਨਾ ਹੋਵੇ। ਇਸ ਨੂੰ ਅਮਰੀਕੀ ਕ੍ਰਿਪਟੋਗ੍ਰਾਫਰ ਮੌਕਸੀ ਮੋਰਲਨ ਸਪਾਈਕ ਨੇ ਬਣਾਇਆ। ਇਹਦੇ ਵਿੱਚ ਐਂਡ ਟੂ ਐਂਡ ਇਨਕ੍ਰਿਪਸ਼ਨ ਵੀ ਸ਼ਾਮਿਲ ਹੈ। ਜਿਵੇਂ WhatsApp ਤੇ ਹੁੰਦਾ ਹੈ ਐਂਡ ਟੂ ਐਂਡ ਇਨਕ੍ਰਿਪਟਡ ਹੁੰਦੀ ਹੈ ਉਹਦੀ ਚੈਟ ਜਾਂ ਫਿਰ ਕਾਲ। ਇਹਦਾ ਮਤਲਬ ਹੁੰਦਾ ਹੈ ਕਿ ਸਿਗਨਲ ਕੰਪਨੀ ਤੁਹਾਡੇ ਸੁਨੇਹੇ ਨਹੀਂ ਦੇਖ ਸਕਦੀ। ਇਸ ਤੋਂ ਇਲਾਵਾ ਤੁਹਾਡੇ ਨਾਲ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਉਸੇ ਫੋਨ ਦੇ ਉੱਤੇ ਹੀ ਸਾਂਭੀ ਜਾਂਦੀ ਹੈ। iCloud ਜਾਂ Google ਡਰਾਈਵ ਕਿਤੇ ਵੀ ਇਹ ਜਾਣਕਾਰੀ ਨਹੀਂ ਰੱਖੀ ਜਾਂਦੀ। ਇਹਦੇ ਨਾਲ ਸੰਭਾਵਨਾ ਵੱਧ ਜਾਂਦੀ ਹੈ ਕਿ ਇਹ ਜਾਣਕਾਰੀ ਸੁਰੱਖਿਅਤ ਹੋਵੇਗੀ। ਸਿਗਨਲ ਕਿਹੜੇ ਪਲੇਟਫਾਰਮਸ ਤੇ ਮਿਲਦਾ ਹੈ? ਆਈਫੋਨ, ਗੂਗਲ, ਵਿੰਡੋਜ਼ ਤੋਂ ਇਲਾਵਾ ਲਿਨਕਸ ਤੇ ਵੀ ਉਪਲਬਧ ਹੈ। ਜਦੋਂ ਤੁਹਾਡਾ ਕੋਈ ਦੋਸਤ ਸਿਗਨਲ ਜੁਆਇਨ ਕਰਦਾ ਤਾਂ ਇਸ ਦਾ ਇੱਕ ਨੋਟੀਫਿਕੇਸ਼ਨ ਤੁਹਾਨੂੰ ਵੀ ਮਿਲ ਜਾਂਦਾ ਹੈ ਕਿ ਇਹ ਬੰਦਾ ਵੀ ਸਿਗਨਲ ਐਪ ਯੂਜ਼ ਕਰ ਰਿਹਾ ਹੈ। ਸਿਗਨਲ ਐਪ ਬਿਲਕੁਲ ਮੁਫਤ ਹੈ। ਇਹਦੇ ਵਿੱਚ ਨਾ ਤਾਂ ਮਸ਼ਹੂਰੀਆਂ ਆਉਂਦੀਆਂ, ਨਾ ਹੀ ਤੁਹਾਡੀ ਜਾਣਕਾਰੀ ਆਨਲਾਈਨ ਮਸ਼ਹੂਰੀਆਂ ਦੇਣ ਵਾਲਿਆਂ ਨੂੰ ਵੇਚੀ ਜਾਂਦੀ ਹੈ। ਸਹੂਲਤਾਂ ਇਹਦੇ ਵਿੱਚ ਨੇ ਕਿ 150 ਜਣਿਆਂ ਦਾ ਗਰੁੱਪ ਤੁਸੀਂ ਬਣਾ ਸਕਦੇ ਹੋ। ਗਰੁੱਪ ਵੀਡੀਓ ਜਾਂ ਆਡੀਓ ਕਾਲ ਵੀ ਕਰ ਸਕਦੇ ਹੋ। ਇਹਦੀਆਂ ਕਾਲਸ ਵੀ ਇਨਕ੍ਰਿਪਟਡ ਹੁੰਦੀਆਂ ਨੇ। ਹੁਣ ਟੈਲੀਗ੍ਰਾਮ ਦੀ ਗੱਲ ਕਰ ਲੈਂਦੇ ਹਾਂ। ਟੈਲੀਗ੍ਰਾਮ ਬਹੁਤ ਸਾਰੇ ਲੋਕ ਤੁਹਾਡੇ ਵਿੱਚੋਂ ਯੂਜ਼ ਵੀ ਕਰਦੇ ਹੋਣਗੇ। ਇਹਦੇ ਸਾਰੇ ਸੁਨੇਹੇ ਇਨਕ੍ਰਿਪਟਡ ਨਹੀਂ ਹੁੰਦੇ, ਸਭ ਤੋਂ ਪਹਿਲੀ ਗੱਲ। ਪਰ ਇਸ ਵਿੱਚ ਉਹਨਾਂ ਨੇ ਗੁਪਤ ਚੈਟ ਦਾ ਬਦਲ ਦਿੱਤਾ ਹੁੰਦਾ ਹੈ, ਪ੍ਰਾਈਵੇਟ ਚੈਟ ਦਾ ਬਦਲ ਇਹਦੇ ਵਿੱਚ ਹੈਗੀ ਹੈ ਆਪਸ਼ਨ, ਤੁਸੀਂ ਯੂਜ਼ ਕਰਕੇ ਦੇਖ ਸਕਦੇ ਹੋ। ਤੇ ਇਹ ਚੈਟ ਗੁਪਤ ਹੁੰਦੀ ਹੈ ਤੇ ਸੰਬੰਧਿਤ ਮੋਬਾਈਲ ਜਾਂ ਕੰਪਿਊਟਰ ਉੱਤੇ ਹੀ ਸਾਂਭੀ ਜਾਂਦੀ ਹੈ। ਇੱਕ ਤੈਅ ਸਮੇਂ ਤੋਂ ਬਾਅਦ ਇਹਨਾਂ ਨੂੰ ਮਿਟਾਇਆ ਵੀ ਜਾ ਸਕਦਾ ਹੈ। ਹਾਲਾਂਕਿ ਸੁਨੇਹਿਆਂ ਨੂੰ ਗੁਪਤ ਰੱਖਣ ਵਿੱਚ ਟੈਲੀਗ੍ਰਾਮ ਦੀ ਜਿਹੜੀ ਸਮਰੱਥਾ ਹੈ ਉਹਦੇ ਤੇ ਵੀ ਸਵਾਲ ਉੱਠਦੇ ਰਹੇ ਨੇ। ਟੈਲੀਗ੍ਰਾਮ ਆਈਫੋਨ, ਗੂਗਲ, ਵਿੰਡੋਜ਼ ਤੋਂ ਇਲਾਵਾ ਲਿਨਕਸ ਤੇ ਵੀ ਮਿਲ ਜਾਂਦਾ ਹੈ। ਜਦੋਂ ਕੋਈ ਤੁਹਾਡਾ ਦੋਸਤ ਟੈਲੀਗ੍ਰਾਮ ਜੁਆਇਨ ਕਰਦਾ ਹੈ ਤਾਂ ਇਸ ਦਾ ਇੱਕ ਨੋਟੀਫਿਕੇਸ਼ਨ ਤੁਹਾਨੂੰ ਵੀ ਮਿਲਦਾ ਹੈ। ਜਦੋਂ ਤੁਸੀਂ ਆਪਣਾ ਡਿਵਾਈਸ ਬਦਲ ਲੈਂਦੇ ਹੋ ਤਾਂ ਵੀ ਤੁਹਾਡੇ ਪੁਰਾਣੇ ਸੁਨੇਹੇ ਤੁਹਾਨੂੰ ਮਿਲ ਜਾਣਗੇ, ਕਿਉਂਕਿ ਉਹਨਾਂ ਨੂੰ ਸਾਂਭਣ ਲਈ ਕਲਾਊਡ ਸਟੋਰੇਜ ਦੀ ਵਰਤੋਂ ਕਰਦਾ ਹੈ। ਹਾਲਾਂਕਿ ਟੈਲੀਗ੍ਰਾਮ ਦੇ ਜਿਹੜੇ ਮੋਢੀ ਡੂਰੋਸ ਹੈਗੇ ਨੇ, ਉਹਨਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। ਟੈਲੀਗ੍ਰਾਮ ਹਾਲੇ ਤੱਕ ਬਿਲਕੁਲ ਮੁਫਤ ਐਪ ਹੈ, ਪਰ ਕੰਪਨੀ ਨੇ ਹਾਲ ਹੀ ਵਿੱਚ ਪੈਸੇ ਇਕੱਠੇ ਕਰਨ ਲਈ ਕੁਝ ਬਦਲਾਅ ਕੀਤੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਟੈਲੀਗ੍ਰਾਮ ਤੇ ਮਸ਼ਹੂਰੀਆਂ ਦਿਖਣਗੀਆਂ, ਪਰ ਕੰਪਨੀ ਨੇ ਹਾਲੇ ਇਹ ਨਹੀਂ ਸਾਫ਼ ਕੀਤਾ ਕਿ ਕੰਪਨੀ ਪੈਸੇ ਕਿਵੇਂ ਜੁਟਾਏਗੀ। ਇਸ ਕਰਕੇ WhatsApp ਤੇ ਵਾਂਗ ਹਾਲੇ ਸਪਸ਼ਟ ਨਹੀਂ ਹੈ ਕਿ ਟੈਲੀਗ੍ਰਾਮ ਆਪਣੇ ਵਰਤੋਂਕਾਰਾਂ ਦੀ ਜਾਣਕਾਰੀ ਮਸ਼ਹੂਰੀਆਂ ਵਾਲਿਆਂ ਨੂੰ ਵੇਚੇਗਾ ਜਾਂ ਫਿਰ ਨਹੀਂ। ਸਹੂਲਤਾਂ ਕੀ ਹੁੰਦੀਆਂ ਨੇ ਟੈਲੀਗ੍ਰਾਮ ਦੀਆਂ? ਤੁਸੀਂ ਉੱਚ ਕੁਆਲਿਟੀ ਦਾ ਵੀਡੀਓ ਭੇਜ ਸਕਦੇ ਹੋ ਤੇ ਇੱਕ ਗਰੁੱਪ ਵਿੱਚ 2 ਲੱਖ ਲੋਕ ਸ਼ਾਮਿਲ ਹੋ ਸਕਦੇ ਨੇ। ਟੈਲੀਗ੍ਰਾਮ ਇਸੇ ਖਾਸੀਅਤ ਲਈ ਹੀ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਕਿ ਇੱਕ ਗਰੁੱਪ ਦੇ ਵਿੱਚ 2 ਲੱਖ ਲੋਕ ਸ਼ਾਮਿਲ ਹੋ ਸਕਦੇ ਨੇ। ਤੁਸੀਂ ਆਡੀਓ ਵੀਡੀਓ ਕਾਲ ਵੀ ਕਰ ਸਕਦੇ ਹੋ। ਸੋ ਇਹ ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ WhatsApp ਯੂਜ਼ ਕਰਨਾ ਹੈ, ਸਿਗਨਲ ਜਾਂ ਫਿਰ ਟੈਲੀਗ੍ਰਾਮ। ਪੂਰੇ ਸੰਸਾਰ ਦੀਆਂ ਖਬਰਾਂ ਦੇ ਵਿੱਚ ਇੱਕ ਖਬਰ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ, ਕਿ ਅਮਰੀਕਾ ਹੁਣ ਜਿਹੜੇ ਵੀ ਕਿਸੇ ਯਾਤਰੀ ਨੇ ਜਾਣਾ ਹੈ ਉਸਦੇ ਕੋਲ ਕਰੋਨਾ ਵਾਇਰਸ ਦੀ ਨੈਗੇਟਿਵ ਟੈਸਟ ਰਿਪੋਰਟ ਹੋਣੀ ਜ਼ਰੂਰੀ ਹੈ। ਤੇ ਦੂਸਰੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਦਾ ਮਤਾ ਹੇਠਲੇ ਸਦਨ ਦੇ ਵਿੱਚ ਪਾਸ ਕਰ ਦਿੱਤਾ ਗਿਆ। ਅਮਰੀਕਾ ਦੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਪਿਛਲੇ ਹਫ਼ਤੇ ਦੀ ਕੈਪੀਟਲ ਹਿੱਲ ਹਿੰਸਾ ਦੇ ਵਿੱਚ ਬਗਾਵਤ ਭੜਕਾਉਣ ਦੇ ਇਲਜ਼ਾਮ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।
ਇਹਦੇ ਵਿੱਚ ਕੁਝ ਰਿਪਬਲਿਕਨਾਂ ਨੇ ਡੈਮੋਕ੍ਰੇਟਾਂ ਦਾ ਸਾਥ ਦਿੱਤਾ ਹੈ ਤੇ ਮਹਾਦੋਸ਼ ਦਾ ਮਤਾ 197 ਵੋਟਾਂ ਦੇ ਮੁਕਾਬਲੇ 232 ਵੋਟਾਂ ਦੇ ਨਾਲ ਪਾਸ ਹੋ ਗਿਆ। ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਨੇ ਜਿਨ੍ਹਾਂ ਤੇ ਦੂਜੀ ਵਾਰੀ ਮਹਾਦੋਸ਼ ਦਾ ਮੁਕੱਦਮਾ ਚਲਾਇਆ ਗਿਆ। ਟਰੰਪ ਖਿਲਾਫ ਹੁਣ ਸੈਨੇਟ ਦੇ ਵਿੱਚ ਸੁਣਵਾਈ ਹੋਵੇਗੀ। ਉੱਥੇ ਜੇ ਉਹਨਾਂ ਨੂੰ ਮੁਲਜ਼ਮ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਉਹਨਾਂ ਤੇ ਤਾਉਮਰ ਰਾਸ਼ਟਰਪਤੀ ਚੋਣਾਂ ਲੜਨ ਦੀ ਪਾਬੰਦੀ ਲੱਗ ਜਾਏਗੀ। ਹਾਲਾਂਕਿ ਰਾਸ਼ਟਰਪਤੀ ਟਰੰਪ ਮਹਾਦੋਸ਼ ਦੇ ਬਾਵਜੂਦ ਆਪਣਾ ਕਾਰਜਕਾਲ ਪੂਰਾ ਹੋਣ ਤੱਕ ਅਹੁਦੇ ਤੇ ਬਣੇ ਰਹਿਣਗੇ, ਕਿਉਂਕਿ ਇੰਨੇ ਥੋੜੇ ਸਮੇਂ ਦੇ ਵਿੱਚ ਸੈਨੇਟ ਨਹੀਂ ਸੱਦੀ ਜਾ ਸਕਦੀ, ਕਿਉਂਕਿ ਆਉਣ ਵਾਲੀ 20 ਜਨਵਰੀ ਨੂੰ ਹੀ ਉਹਨਾਂ ਨੇ ਆਪਣਾ ਅਹੁਦਾ ਛੱਡ ਦੇਣਾ ਹੈ ਤੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਜਿਹੜੇ ਉਹ ਆਪਣਾ ਅਹੁਦਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਲੈ ਲੈਣਗੇ। ਕਾਂਗਰਸ ਵੱਲੋਂ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਟਵਿੱਟਰ ਹੈਂਡਲ ਤੇ ਬੜੀ ਸ਼ਾਂਤ ਆਵਾਜ਼ ਦੇ ਨਾਲ ਇੱਕ ਵੀਡੀਓ ਸੁਨੇਹਾ ਵੀ ਜਾਰੀ ਕੀਤਾ ਤੇ ਆਪਣੇ ਹਮਾਇਤੀਆਂ ਨੂੰ ਅਮਨ ਕਾਨੂੰਨ ਕਾਇਮ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਜਿਹੜੇ ਮੇਰੇ ਸੱਚੇ ਹਮਾਇਤੀ ਹੋਣਗੇ ਉਹ ਹਿੰਸਾ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ, ਸਿਆਸੀ ਹਿੰਸਾ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਟਰੰਪ ਤੇ ਇਲਜ਼ਾਮ ਕੀ ਲੱਗੇ ਸੀ ਇਹ ਵੀ ਜਾਣ ਲੈਂਦੇ ਹਾਂ ਕਿ ਕਿਉਂ ਮਹਾਦੋਸ਼ ਦਾ ਮੁਕੱਦਮਾ ਜਿਹੜਾ ਉਹ ਚਲਾਇਆ ਗਿਆ। ਮਹਾਦੋਸ਼ ਦੇ ਇਲਜ਼ਾਮ ਸਿਆਸੀ ਸੀ, ਨਾ ਕਿ ਕ੍ਰਿਮੀਨਲ। ਕਾਂਗਰਸ ਦੇ ਵੱਲੋਂ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੇ 6 ਜਨਵਰੀ ਨੂੰ ਵਾਈਟ ਹਾਊਸ ਦੇ ਬਾਹਰ ਇੱਕ ਰੈਲੀ ਦੇ ਵਿੱਚ ਆਪਣੇ ਇੱਕ ਸੰਦੇਸ਼ ਦੇ ਵਿੱਚ ਭੀੜ ਨੂੰ ਕੈਪੀਟਲ ਬਿਲਡਿੰਗ ਤੇ ਚੜਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਪਣੇ ਹਮਾਇਤੀਆਂ ਨੂੰ ਸ਼ਾਂਤੀਪੂਰਵਕ ਅਤੇ ਦੇਸ਼ ਭਗਤੀ ਨਾਲ ਆਪਣੀਆਂ ਆਵਾਜ਼ਾਂ ਸੁਣਾਉਣ ਦੇ ਲਈ ਕਿਹਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਚੋਣਾਂ ਦਾ ਤਿੱਖਾ ਵਿਰੋਧ ਕਰਨ ਨੂੰ ਵੀ ਕਿਹਾ ਸੀ, ਜਿਨ੍ਹਾਂ ਬਾਰੇ ਟਰੰਪ ਨੇ ਝੂਠ ਬੋਲ ਕੇ ਕਿਹਾ ਕਿ ਉਹਨਾਂ ਕੋਲੋਂ ਚੋਰੀ ਕਰ ਲਈਆਂ ਗਈਆਂ ਨੇ। ਟਰੰਪ ਦੇ ਭਾਸ਼ਣ ਤੋਂ ਬਾਅਦ ਟਰੰਪ ਦੇ ਹਮਾਇਤੀ ਉਸ ਵਕਤ ਕੈਪੀਟਲ ਬਿਲਡਿੰਗ ਦੇ ਵਿੱਚ ਜਾ ਵੜੇ ਜਦੋਂ ਉੱਥੇ ਚੁਣੇ ਹੋਏ ਰਾਸ਼ਟਰਪਤੀ ਜੋ ਬਾਈਡਨ ਦੀ ਜਿੱਤ ਦੀ ਤਾਈਦ ਕੀਤੀ ਜਾਣੀ ਸੀ। ਕੈਪੀਟਲ ਬਿਲਡਿੰਗ ਤੇ ਟਰੰਪ ਪੱਖੀਆਂ ਦੇ ਹਮਲੇ ਦੌਰਾਨ ਹੋਈ ਹਿੰਸਾ ਦੇ ਵਿੱਚ 5 ਲੋਕਾਂ ਦੀ ਜਾਨ ਚਲੀ ਗਈ ਸੀ। ਹੁਣ ਹੋਵੇਗਾ ਕਿ ਅੱਗੇ ਹੁਣ ਮਹਾਦੋਸ਼ ਦਾ ਜਿਹੜਾ ਆਰਟੀਕਲ ਹੈ ਉਹ ਸੈਨੇਟ ਦੇ ਕੋਲ ਜਾਏਗਾ, ਜੋ ਰਾਸ਼ਟਰਪਤੀ ਦਾ ਜੁਰਮ ਤੈਅ ਕਰਨ ਲਈ ਸੁਣਵਾਈ ਕਰੇਗੀ। ਟਰੰਪ ਨੂੰ ਇੰਪੀਚ ਕਰਨ ਲਈ 2 ਤਿਮਾਹੀ ਵੋਟਾਂ ਚਾਹੀਦੀਆਂ ਹੋਣਗੀਆਂ, ਜਿਸ ਦਾ ਅਰਥ ਹੈ ਕਿ ਘੱਟੋ ਘੱਟ 17 ਰਿਪਬਲਿਕਨ ਸਾਂਸਦਾਂ ਦੀਆਂ ਵੋਟਾਂ ਦੀ ਵੀ ਲੋੜ ਹੋਏਗੀ। ਉੱਪਰਲੇ ਸਦਨ ਦੇ ਵਿੱਚ 100 ਸੀਟਾਂ ਲਗਭਗ ਬਰਾਬਰ ਵੰਡੀਆਂ ਗਈਆਂ ਨੇ ਤੇ 20 ਰਿਪਬਲਿਕਨ ਸਾਂਸਦ ਨੇ ਜਿਹੜੇ ਉਹ ਟਰੰਪ ਦੇ ਖਿਲਾਫ ਵੋਟ ਪਾਉਣ ਨੂੰ ਤਿਆਰ ਨੇ। ਜੇ ਉਹਨਾਂ ਨੂੰ ਸੈਨੇਟ ਦੇ ਵੱਲੋਂ ਮੁਜਰਮ ਮੰਨ ਲਿਆ ਜਾਂਦਾ ਹੈ ਤਾਂ ਟਰੰਪ ਦੇ ਖਿਲਾਫ ਇੱਕ ਹੋਰ ਮਤਾ ਆ ਸਕਦਾ ਹੈ। ਇਸ ਅਗਲੇ ਮਤੇ ਰਾਹੀਂ ਟਰੰਪ ਤੇ ਭਵਿੱਖ ਵਿੱਚ ਚੋਣਾਂ ਲੜਨ ਉੱਤੇ ਰੋਕ ਲਾਉਣ ਬਾਰੇ ਵਿਚਾਰ ਕੀਤੀ ਜਾਏਗੀ। ਟਰੰਪ ਹਾਲਾਂਕਿ ਐਲਾਨ ਕਰ ਚੁੱਕੇ ਨੇ ਕਿ 2024 ਦੇ ਵਿੱਚ ਮੈਂ ਰਾਸ਼ਟਰਪਤੀ ਚੋਣ ਲੜਾਂਗਾ। ਅਗਲੀ ਖਬਰ ਹੈ ਕਿ ਵਿਸ਼ਵ ਸਿਹਤ ਸੰਸਥਾ ਦੀ ਟੀਮ ਹੈ ਜਿਹੜੀ ਉਹ ਚੀਨ ਦੇ ਵੁਹਾਨ ਸ਼ਹਿਰ ਪਹੁੰਚ ਚੁੱਕੀ ਹੈ। ਇਹ ਟੀਮ ਕੋਵਿਡ-19 ਦੀ ਸ਼ੁਰੂਆਤ ਕਿਵੇਂ ਹੋਈ ਇਸ ਦੀ ਜਾਂਚ ਕਰਨ ਲਈ ਇੱਥੇ ਪਹੁੰਚੀ ਹੈ। ਕਈ ਮਹੀਨੇ ਪਹਿਲਾਂ ਦੀ ਇਹ ਗੱਲ ਚੱਲ ਰਹੀ ਹੈ ਕਿ WHO ਦੀ ਇੱਕ ਟੀਮ ਚੀਨ ਦੇ ਵਿੱਚ ਜਾਏਗੀ, ਜਾਂਚ ਕਰੇਗੀ, ਪਰ ਵਿਸ਼ਵ ਸਿਹਤ ਸੰਸਥਾ ਤੇ ਚੀਨ ਦੇ ਦਰਮਿਆਨ ਲੰਬੇ ਸਮੇਂ ਤੱਕ ਗੱਲਬਾਤ ਚੱਲੀ, ਜਿਸ ਤੋਂ ਬਾਅਦ ਚੀਨ ਇਹ ਜਾਂਚ ਕਰਾਉਣ ਦੇ ਲਈ ਰਾਜ਼ੀ ਹੋਇਆ। 10 ਵਿਗਿਆਨੀਆਂ ਦੀ ਟੀਮ ਰਿਸਰਚ ਇੰਸਟੀਚਿਊਟ, ਹਸਪਤਾਲ ਅਤੇ ਸੀ ਫੂਡ ਬਾਜ਼ਾਰ ਦੇ ਵਿੱਚ ਲੋਕਾਂ ਨਾਲ ਇੰਟਰਵਿਊ ਕਰੇਗੀ। 2019 ਦੇ ਅਖੀਰ ਦੇ ਵਿੱਚ ਵੁਹਾਨ ਦੇ ਵਿੱਚ ਪਹਿਲੀ ਵਾਰੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਸੀ। ਜਦੋਂ ਇਹ ਟੀਮ ਅੱਜ ਵੁਹਾਨ ਪਹੁੰਚੀ ਹੈ ਤਾਂ ਇੱਥੇ ਜ਼ਿੰਦਗੀ ਲਗਭਗ ਆਮ ਵਾਂਗ ਹੋ ਚੁੱਕੀ ਹੈ, ਪਰ ਉੱਤਰੀ ਚੀਨ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਨੇ। ਟੀਮ ਆਪਣੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ 2 ਹਫ਼ਤਿਆਂ ਤੱਕ ਕੁਆਰੰਟੀਨ ਦੇ ਵਿੱਚ ਰਹੇਗੀ। ਟੀਮ ਹੈ ਜਿਹੜੀ ਉਹ ਜਾਂਚ ਦੇ ਦੌਰਾਨ ਚੀਨੀ ਅਧਿਕਾਰੀਆਂ ਵੱਲੋਂ ਮੁਹੱਈਆ ਕਰਾਏ ਗਏ ਸੈਂਪਲ ਅਤੇ ਸਬੂਤਾਂ ਦੇ ਉੱਤੇ ਹੀ ਭਰੋਸਾ ਕਰੇਗੀ। ਉਸ ਤੋਂ ਬਾਅਦ 2 ਹਫ਼ਤਿਆਂ ਬਾਅਦ ਇਹ ਜਾਂਚ ਕਰਨ ਦੇ ਲਈ ਨਿਕਲੇਗੀ। ਇਹ ਟੀਮ ਕਿਸ ਜਾਨਵਰ ਤੋਂ ਕਰੋਨਾ ਜਿਹੜਾ ਫੈਲਿਆ ਹੈ ਇਹਦੀ ਜਾਂਚ ਵੀ ਕਰੇਗੀ। ਚੀਨ ਲੰਬੇ ਸਮੇਂ ਤੋਂ ਇਹੀ ਕਹਿੰਦਾ ਆਇਆ ਹੈ ਕਿ ਕਰੋਨਾ ਵਾਇਰਸ ਚੀਨ ਤੋਂ ਸ਼ੁਰੂ ਨਹੀਂ ਹੋਇਆ। ਵਿਸ਼ਵ ਸਿਹਤ ਸੰਸਥਾ ਦੇ ਪ੍ਰੋਫੈਸਰ ਡੇਲ ਫਿਸ਼ਰ ਨੇ ਦੱਸਿਆ ਕਿ ਉਮੀਦ ਹੈ ਦੁਨੀਆ ਇਸ ਦੌਰੇ ਨੂੰ ਵਿਗਿਆਨਿਕ ਦੌਰੇ ਦੇ ਤੌਰ ਦੇ ਉੱਤੇ ਹੀ ਲਏਗੀ। ਇਹ ਸਿਆਸਤ ਜਾਂ ਫਿਰ ਆਰੋਪ ਪ੍ਰਤੀਰੋਪ ਦਾ ਵਿਸ਼ਾ ਨਹੀਂ ਹੈ, ਬਲਕਿ ਇੱਕ ਵਿਗਿਆਨਿਕ ਸਵਾਲ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਹੈ। ਪ੍ਰੋਫੈਸਰ ਫਿਸ਼ਰ ਨੇ ਕਿਹਾ ਕਿ ਜ਼ਿਆਦਾਤਰ ਵਿਗਿਆਨੀ ਮੰਨਦੇ ਨੇ ਕਿ ਇਹ ਵਾਇਰਸ ਕੁਦਰਤੀ ਰੂਪ ਤੋਂ ਪੈਦਾ ਹੋਇਆ। ਸ਼ੁਰੂਆਤ ਵਿੱਚ ਅਜਿਹਾ ਮੰਨਿਆ ਗਿਆ ਸੀ ਕਿ ਕੋਵਿਡ-19 ਦੀ ਸ਼ੁਰੂਆਤ ਵੁਹਾਨ ਦੇ ਮੱਛੀ ਬਾਜ਼ਾਰ ਤੋਂ ਹੋਈ ਸੀ, ਪਰ ਚੀਨ ਇਸ ਤੋਂ ਸਦਾ ਇਨਕਾਰ ਕਰਦਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਸਿੱਧਾ ਇਲਜ਼ਾਮ ਲਾਉਂਦੇ ਰਹੇ ਨੇ ਕਿ ਚੀਨ ਦੀ ਇੱਕ ਲੈਬੋਰੇਟਰੀ ਦੇ ਵਿੱਚ ਇਹ ਜਿਹੜਾ ਵਾਇਰਸ ਤਿਆਰ ਕੀਤਾ ਗਿਆ ਇਹ ਮੈਨ ਮੇਡ ਵਾਇਰਸ ਹੈ। ਖੈਰ, ਵਿਸ਼ਵ ਸਿਹਤ ਸੰਸਥਾ ਦੀ ਇਹ ਜਿਹੜੀ ਟੀਮ ਹੈਗੀ ਹੈ, ਵਿਗਿਆਨੀਆਂ ਦੀ ਟੀਮ ਹੈ, ਇਹ ਜਾਂਚ ਕਦੋਂ ਤੱਕ ਮੁਕੰਮਲ ਕਰੇਗੀ, ਇਸ ਜਾਂਚ ਵਿੱਚੋਂ
ਕੀ ਸਾਹਮਣੇ ਆਏਗਾ, ਜੋ ਸਾਹਮਣੇ ਆਏਗਾ ਉਹ ਸੱਚ ਹੋਏਗਾ ਵੀ ਜਾਂ ਨਹੀਂ ਹੋਏਗਾ, ਉਸ ਤੇ ਕੌਣ ਭਰੋਸਾ ਕਰੇਗਾ ਜਾਂ ਫਿਰ ਕੌਣ ਨਹੀਂ ਕਰੇਗਾ, ਇਹ ਵੀ ਉਸ ਵੇਲੇ ਸਵਾਲ ਉੱਠਣਗੇ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜਿਵੇਂ ਦਾ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਜ਼ਰੂਰ ਪਾਓ। ਧੰਨਵਾਦ।